KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 29 ਜੁਲਾਈ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ, ਮੰਡੇ ਟੂ ਫਰਾਈਡੇ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ KRPA 1110 AM ਤੇ। स्टूडियो का नंबर है 6045929191 604 592 9191। प्रोग्राम च स्वागत करते डॉक्टर शिंदर पुरेवाल जी का। डॉक्टर साहब प्रोग्राम थोड़ा स्वागत है जी। गुड मॉर्निंग। गुड मॉर्निंग डॉक्टर साहब। गलबात का सिलसिला शुरू करते हैं। गल करते हैं US की इकोनॉमी की। सैकेंड क्वार्टर विच विकास दर जो आ 0.9% डिगण तो बाद हुण मारा दा कहना हैगा इकोनॉमिस्ट दा कि टैक्नीकली जिहड़ा US हैगा वो रिसैशन दे विच एंटर हो रहा। की कहना चाहोगे? देखो, ये माड़ी खबर तकरीबन हर रोज़ माड़ी खबर आउंदी है जो बाइडन लई। टैक्नीकली जिहड़ा उन्होंने डेफिनेशन दिंदे ना कि 2 क्वार्टर्स दे विच लगातार GDP श्रिंक कर जाए, उस तो बाद रिसैशन शुरू हो जाता। ਹੁਣ ਇਹ ਮਾਈਲਡ ਹੋਵੇ ਚਾਹੇ ਵੱਡਾ ਹੋਵੇ। ਪਹਿਲੇ ਦੇ ਵਿੱਚ 1.6% ਤੋਂ ਉੱਤੇ ਇਹਨਾਂ ਦੀ ਘਟੀ ਹੈ GDP। ਐਤਕੀ ਤਕਰੀਬਨ 1% 0.9% ਵਧੀ, ਘਟੀ। ਤੇ ਜੋ ਬਾਈਡਨ ਕੱਲ ਨੂੰ ਪੁੱਛਿਆ ਗਿਆ ਉਹਨਾਂ ਨੂੰ ਕਿ ਰਿਸੈਸ਼ਨ ਆ ਗਿਆ, ਹੁਣ ਉਹ ਨਾਂ ਨਹੀਂ ਲੈਣਾ ਚਾਹੁੰਦੇ। ਇਹ ਗੱਲ ਤਾਂ ਹੈਗੀ ਆ ਵੀ ਤੁਸੀਂ ਦੇਖ ਰਹੇ ਆ ਵੀ ਬਾਹਰ ਧੁੱਪ ਆ, पर अंदर बैठे मन अखां मीट के बैठे हैं। जिदा बिल्ली नूं देख के कबूतर अखां मीट लैंदा भी शायद बिल्ली चल जाए। हाँ जी, बिल्ली तो उत्थे ही है जी, उन्हें फड़ लेना। हाँ जी। हुण रिसैशन टैक्नीकली रिसैशन आया है US दे विच। हुण इह किन्ना गंभीर हुंदा आ। 2008 दे विच रिसैशन आया सी, वो इस करके आया सी कि मॉर्गेज दे जिहड़ियां मॉर्गेज लोकी लैंदे ना ਉਹਨਾਂ ਦੀ ਇਕੁਇਟੀ ਬਣਾ ਕੇ ਇਹ ਵੇਚਣ ਲੱਗ ਪਏ ਸੀ ਵਾਲ ਸਟਰੀਟ ਦੇ ਉੱਤੇ। ਤੇ ਉਹ ਹੁਣ ਬੈਂਕਾਂ ਨੂੰ ਵੀ ਮੌਜ ਲੱਗ ਗਈ ਕਿ ਇਹਦੇ ਪੈਸੇ ਮਿਲ ਰਹੇ, ਸਾਨੂੰ ਉਹਦੇ ਸ਼ੇਅਰ ਮਿਲ ਰਹੇ ਆ। ਉਹ ਵੱਧ ਤੋਂ ਵੱਧ ਜੇ ਤੁਹਾਨੂੰ 2 ਲੱਖ ਜਾਂ 4 ਲੱਖ ਚਾਹੀਦਾ ਹੁੰਦਾ ਸੀ, ਉਹ ਕਹਿੰਦੇ ਸੀ 8 ਲੱਖ ਲੈ ਲਾਂ, ਕਿਉਂਕਿ ਉਹਦੇ ਉਸੇ ਇਕੁਇਟੀ ਨੂੰ ਤੁਸੀਂ ਸਟਾਕ ਮਾਰਕੀਟ ਦੇ ਵੇਚਣ ਜਾ ਰਹੇ ਆ, ਜਿਹਦੇ ਵਿੱਚੋਂ ਪੈਸੇ ਮਿਲਦੇ ਆ ਲੋਕਾਂ ਨੂੰ, ਸ਼ੇਅਰ ਖਰੀਦਦੇ ਉਹਦੇ ਵਿੱਚੋਂ। ਹਾਂਜੀ। ਹੁਣ ਉਹ ਇੱਕ ਜ਼ਮਾਨੇ ਦੇ ਵਿੱਚ ਇਸ ਲੈਵਲ ਤੇ ਪਹੁੰਚ ਗਈ ਕਿ ਜਿਹੜਾ ਘਰ ਆ ਕਿਸੇ ਦਾ 6 ਲੱਖ ਦਾ ਆ ਤਾਂ ਉਹ ਤੇ 9 ਲੱਖ ਕਰਜ਼ਾ ਲਿਆ, ਕਿਉਂਕਿ ਬੈਂਕਾਂ ਵਾਲੇ ਐਕਚੁਅਲੀ ਪ੍ਰਮੋਟ ਕਰਦੇ ਸੀ ਇਸ ਗੱਲ ਨੂੰ ਕਿ ਕਿਸੇ ਦੀ ਚਾਹੇ ਕੋਈ ਜੌਬ ਹੈ ਜਾਂ ਨਹੀਂ, ਉਹਦੇ ਕੋਲ ਕੋਈ ਐਸਟ ਹੈ ਜਾਂ ਨਹੀਂ, ਸਿਰਫ ਤੇ ਸਿਰਫ ਉਹਨੂੰ ਮੌਰਗੇਜ ਦੇਈ ਜਾਣੀ। ਤੇ ਜਦੋਂ ਕਲੈਪਸ ਹੋਈ ਸਾਰੀ ਇਕਨੋਮੀ ਨਾ, ਇੱਕਦਮ ਰਿਸੈਸ਼ਨ ਆਇਆ, ਬਹੁਤ ਵੱਡਾ ਰਿਸੈਸ਼ਨ ਆਇਆ। ਫਿਰ ਦੇਖ ਲਓ ਕੋਈ 3 ਮਿਲੀਅਨ ਦਾ 30 ਲੱਖ ਦਾ ਘਰ ਹੋਣਾ, ਉਹ 15 ਲੱਖ ਨੂੰ ਕੋਈ ਨਹੀਂ ਲੈਂਦਾ ਸੀ। ਉਸ ਵੇਲੇ ਕਈਆਂ ਨੂੰ ਤਾਂ ਇਹ ਲੱਗਾ ਵੀ ਪਰਚੇਜ਼ਿੰਗ ਦਾ ਮੌਕਾ ਆਇਆ ਹੁਣ, ਪਰ ਬਹੁਤੇ ਲੋਕੀ ਜਿਨ੍ਹਾਂ ਨੇ ਜਿਹੜੇ ਘਰ-ਬਾਰ ਲੈ ਕੇ ਬੈਠੇ ਸੀ ਉਹਨਾਂ ਦਾ ਘਰ ਜਾਂਦਾ ਲੱਗਾ, ਕਿਉਂਕਿ ਮੌਰਗੇਜ ਦੇ ਨਹੀਂ ਸਕੇ, ਉਹਨਾਂ ਦੀ ਇੱਕਦਮ ਲੇ ਆਫ ਹੋ ਜਾਏ। ਟੈਕਨੀਕਲੀ ਜਦੋਂ ਜਿਹੜੇ ਰਿਸੈਸ਼ਨ ਆਉਂਦੇ ਆ ਸਾਡੇ, ਇਹ ਕੋਈ ਨਵੀਂ ਗੱਲ ਨਹੀਂ ਆ। ਫਰੀ ਐਂਟਰਪ੍ਰਾਈਜ਼ ਇਕੋਨਮੀ ਦੇ ਵਿੱਚ ਹਮੇਸ਼ਾ ਰਿਸੈਸ਼ਨ ਆਉਂਦੇ ਆ, ਪੀਰੀਓਡਿਕ ਰਿਸੈਸ਼ਨ ਇਹਨਾਂ ਨੂੰ ਕਹਿੰਦੇ ਆ। ਜਦੋਂ ਕਦੇ ਵੀ ਇਕੋਨਮੀ ਹਮੇਸ਼ਾ ਤਾਂ ਨੂੰ ਤਾਂ ਜਾਂਦੀ ਨਹੀਂ, ਪੰਪਿੰਗ ਤਾਂ ਕਰੀ ਜਾਂਦੀ ਨਹੀਂ। ਜਿੱਦਾਂ ਹੁਣ ਸਾਡੇ ਤੁਸੀਂ ਦੇਖ ਲਿਆ ਹੋਣਾ ਘਰਾਂ ਦੀ ਪ੍ਰਾਈਸ ਕਿੰਨੀ ਕੁ ਤਾਂ ਚੜ੍ਹੀ ਹੋਈ, ਆਖਰਕਾਰ ਤਾਂ ਲੋਕਾਂ ਨੇ ਹੀ ਖਰੀਦਣੇ ਨਾ। ਹਾਂਜੀ, ਜਿਹੜੇ ਲੋਕੀ ਕੰਮ ਕਰਦੇ ਆ ਉਹਨਾਂ ਨੇ ਹੀ ਖਰੀਦਣੇ ਜੀ। ਬਿਲਕੁਲ। ਤੇ ਉਹਨਾਂ ਦੀ ਇਨਕਮ ਇੰਨੀ ਤਾਂ ਵੱਧ ਨਹੀਂ ਰਹੀ। ਸੋ ਕਿ ਕੋਈ ਜ਼ਮਾਨਾ ਆ ਜਾਂਦਾ ਜਦੋਂ ਲੋਕੀ ਫੇਰ ਖਰੀਦਣੋਂ ਹਟ ਜਾਂਦੇ ਆ, ਡਿਮਾਂਡ ਘਟ ਜਾਂਦੀ ਹੈ ਤੇ ਸਪਲਾਈ ਵੱਧ ਜਾਂਦੀ ਐਕਚੁਅਲੀ। ਹੁਣ ਕਾਰਾਂ ਦੀ ਫਾਰ ਐਗਜ਼ਾਮਪਲ ਲੈ ਲੈਂਦੇ, ਇੱਕ ਅੱਜ ਕੱਲ੍ਹ ਕਾਰਾਂ ਮਿਲਦੀਆਂ ਨਹੀਂ, ਪਰ
ਕੋਈ ਜ਼ਮਾਨਾ ਆਊਗਾ ਤੁਸੀਂ ਦੇਖਿਓ ਜਦੋਂ ਕਾਰਾਂ ਦੀ ਸਪਲਾਈ ਜ਼ਿਆਦਾ ਹੋ ਜਾਣੀ, ਡਿਮਾਂਡ ਘਟ ਜਾਣੀ, ਫਿਰ ਉਹਨਾਂ ਦੀਆਂ ਕਾਰਾਂ ਵੇਅਰ ਹਾਊਸ ਦੇ ਵਿੱਚ ਉੱਥੇ ਉਹਨਾਂ ਦੀਆਂ ਪਾਰਕਿੰਗ ਲੋਟ ਦੇ ਵਿੱਚ ਖੜੀਆਂ ਹੁੰਦੀਆਂ ਤੇ ਉਹਨਾਂ ਨੇ ਫਿਰ ਉਹਨਾਂ ਨੂੰ ਫੈਕਟਰੀ ਬੰਦ ਕਰਨੀ ਪੈਂਦੀ ਹੈ। ਇਹਦੇ ਵਿੱਚ ਵਿਸ਼ੇਸ਼ ਸਾਈਕਲ ਹੈ ਨਾ, ਜਿਹੜੀ ਵੀ ਚੀਜ਼ ਤੁਹਾਡੀ ਵਿਕਦੀ ਨਹੀਂ, ਜੇ ਉਹ ਵੇਅਰ ਹਾਊਸ ਦੇ ਵਿੱਚ ਪਈ ਆ ਜਾਂ ਤੁਹਾਡੀ ਪਾਰਕਿੰਗ ਲੋਟ ਦੇ ਵਿੱਚ ਖੜੀ ਆ ਤਾਂ ਉਸ ਤੋਂ ਬਾਅਦ ਤੁਸੀਂ ਫੈਕਟਰੀ ਬੰਦ ਕਰੋਗੇ, ਕਿਉਂਕਿ ਪ੍ਰੋਡਕਸ਼ਨ ਤਾਂ ਹੋਰ ਕਰ ਨਹੀਂ ਸਕਦੇ। ਫੈਕਟਰੀ ਬੰਦ ਕਰੋਗੇ ਤਾਂ ਉਹਨਾਂ ਵਰਕਰਸ ਦੀ ਜਿਨ੍ਹਾਂ ਨੇ ਖਰੀਦਣੀਆਂ ਚੀਜ਼ਾਂ, ਉਹਨਾਂ ਦਾ ਪਰਚੇਸਿੰਗ ਪਾਵਰ ਜਿਹੜੀ ਆ ਹੋਰ ਘੱਟ ਹੋ ਗਈ, ਤਾਂ ਇਹਦੇ ਨਾਲ ਰਿਸੈਸ਼ਨ ਫਿਰ ਬਾਅਦ ਉਦੋਂ ਵੀ ਜ਼ਿਆਦਾ ਹੋ ਜਾਂਦਾ। ਹੁਣ ਇਹਦੇ ਵਿੱਚ ਇੱਕ ਬ੍ਰਿਟਿਸ਼ ਇਕੋਨਮਿਸਟ ਜੌਨ ਮਨਾਰਡ ਕੇਨਜ਼ ਕਹਿੰਦਾ ਹੁੰਦਾ ਸੀ ਕਿ ਇਹ ਗੱਲਾਂ ਤਾਂ ਪੀਰੀਓਡਿਕ ਰਿਸੈਸ਼ਨ ਤਾਂ ਆਉਣੇ ਹੀ ਆਉਣੇ ਆ, ਇਹਨਾਂ ਨੂੰ ਅਸੀਂ ਕੁਝ ਨਹੀਂ ਕਰ ਸਕਦੇ। ਪਰ ਉਹ ਕਹਿੰਦਾ ਵੀ ਸਰਕਾਰਾਂ ਨੇ ਜੇ ਕੁਝ ਕਰਨਾ ਆ ਤਾਂ ਫਿਰ ਉਨੀ ਦਿਨੀ ਜਦੋਂ ਰਿਸੈਸ਼ਨ ਆ ਗਿਆ ਤਾਂ ਫਿਰ ਤੁਸੀਂ ਪੈਸੇ ਉਧਾਰੇ ਲਓ ਬੈਂਕਾਂ ਤੋਂ, ਸਰਕਾਰੀ ਤੌਰ ਤੇ, ਫੈਡਰਲ ਸਰਕਾਰ, ਪ੍ਰੋਵਿੰਸ਼ੀਅਲ ਸਰਕਾਰ, ਮਿਊਨਿਸਪਲ ਸਰਕਾਰ ਪੈਸੇ ਲੈਣ, ਲੋਨ ਚਾੜ ਲੈਣ ਆਪਣੇ ਤੇ, ਪਰ ਵੱਡੇ ਵੱਡੇ ਪ੍ਰੋਜੈਕਟ ਸ਼ੁਰੂ ਕਰਨ, ਕਿਉਂਕਿ ਜਿਹੜੇ ਵਰਕਰ ਫੈਕਟਰੀ ਦੇ ਵਿੱਚੋਂ ਲੇ ਆਫ ਹੋਏ ਆ, ਮਿੱਲਾਂ ਚੋਂ ਲੇ ਆਫ ਹੋਏ ਆ, ਉਹ ਫਿਰ ਸਰਵਿਸ ਇੰਡਸਟਰੀ ਤੋਂ ਲੇ ਆਫ ਹੋਏ ਆ, ਉਹਨਾਂ ਲਈ ਕੋਈ ਨਾ ਕੋਈ ਜੌਬ ਅਪਰਚੁਨਿਟੀ ਕ੍ਰੀਏਟ ਕਰੋ ਆਰਟੀਫਿਸ਼ੀਅਲ ਜੀ। ਤੇ ਜਦੋਂ ਤੁਹਾਡੇ ਤੋਂ ਉਹਨਾਂ ਦੀ ਤਨਖਾਹ ਮਿਲਣ ਪਈਆਂ, ਉਹਨਾਂ ਦੀ ਪਰਚੇਸਿੰਗ ਪਾਵਰ ਵੱਧ ਗਈ, ਉਹਨਾਂ ਨੇ ਫਿਰ ਹੋਰ ਵੀ ਚੀਜ਼ਾਂ ਖਰੀਦਣੀਆਂ। ਜਿੱਦਾਂ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਕੱਲ੍ਹ ਸਰਵੇ ਆਇਆ 75% ਲੋਕੀ ਜਿਹੜੇ ਆ ਕੈਨੇਡਾ ਦੇ ਵਿੱਚ ਵੱਡੀਆਂ ਆਈਟਮ ਜਿਹੜੀਆਂ ਲੈਣੀਆਂ ਹੁੰਦੀਆਂ, ਜਿੱਦਾਂ ਘਰ ਲੈਣਾ ਆ, ਕਾਰਾਂ ਲੈਣੀਆਂ ਆ, ਵੱਡੀ ਆਈਟਮ ਇਹ ਗਿਣਿਆ ਜਾਂਦਾ, ਉਹ 75% ਨੇ ਹੋਲਡ ਕੀਤਾ ਆ ਵੀ ਅਸੀਂ ਨਹੀਂ ਲੈਣਾ ਹੁਣ। ਹਾਂਜੀ, ਕਿਉਂਕਿ ਇਸ ਵੇਲੇ ਕੀਮਤਾਂ ਉਹਨਾਂ ਨੂੰ ਲੱਗਦਾ ਜ਼ਿਆਦਾ ਆ ਜੀ। ਸੋ ਜੇ ਉਹਨਾਂ ਨੇ ਨਹੀਂ ਲੈਣਾ, ਇਹਦਾ ਮਤਲਬ ਉਹ ਮਾਰਕੀਟ ਦੇ ਵਿੱਚ ਨਹੀਂ ਆ, ਉਹ ਪ੍ਰਾਈਸ ਉਹਨਾਂ ਦੀ ਥੱਲੇ ਆਉਣੀ ਆ ਹਾਂਜੀ ਇੱਕਦਮ। ਤੇ ਕਿੰਨੀ ਕੁ ਆਉਂਦੀ ਹੈ ਇਹ ਦੇਖ ਕੇ ਇਹਦੇ ਪਤਾ ਲੱਗਣਾ। ਇਦਾਂ ਹੀ ਇੱਥੇ US ਦੇ ਵਿੱਚ ਐਕਚੁਅਲੀ ਰਿਸੈਸ਼ਨ ਟੈਕਨੀਕਲੀ ਸ਼ੁਰੂ ਹੋ ਚੁੱਕਾ ਜੀ, ਤੇ ਹੁਣ ਅਗਲਾ ਪੜਾਅ ਉਹਦਾ ਕੀ ਹੋਣਾ ਹੈ। ਤੀਜਾ ਕੁਆਰਟਰ ਜਿਹੜਾ ਹੈ ਉਹ ਬਾਹਲੀ ਮਾੜੀ ਖਬਰ ਹੋਊਗੀ ਜੋ ਬਾਈਡਨ ਲਈ ਤੇ ਡੈਮੋਕ੍ਰੈਟਿਕ ਪਾਰਟੀ ਲਈ, ਕਿ ਜੇ ਤੀਜੇ ਕੁਆਰਟਰ 'ਚ ਵੀ ਆਹੀ ਕੁਛ ਆ ਗਿਆ, ਕਿਉਂਕਿ ਉਹਦੇ ਵਿੱਚ ਨਾਲ ਹੀ ਇਲੈਕਸ਼ਨ ਹੈ ਹਾਂਜੀ, ਸਤੰਬਰ 'ਚ ਖਤਮ ਹੋ ਜਾਣਾ, ਅਕਤੂਬਰ ਦੇ ਵਿੱਚ ਇਹਨਾਂ ਦੇ ਨੰਬਰ ਆ ਜਾਣੇ ਆ, ਤੇ 8 ਨਵੰਬਰ ਨੂੰ ਅਜੇ ਇਲੈਕਸ਼ਨ ਹੈ ਜੀ। ਸੋ 3 ਸਮੈਸਟਰ ਦੇ ਵਿੱਚ 3 ਟ੍ਰਾਈਮੈਸਟਰ ਦੇ ਵਿੱਚ ਲਗਾਤਾਰ ਰਿਸੈਸ਼ਨ ਦੀਆਂ ਖਬਰਾਂ ਆ ਗਈਆਂ, ਤਾਂ ਇਹਨਾਂ ਨੇ ਫਿਰ ਦੋਏ ਹਾਊਸਸ ਜਿਹੜੇ ਸੈਨੇਟ ਤੇ ਹਾਊਸ ਆਫ ਰੈਪਸ ਲੂਜ਼ ਕਰ ਦੇਣੇ ਆ, ਤੇ ਇਹਨਾਂ ਲਈ ਖਤਰਾ ਵੱਧ ਜਾਣਾ ਹਾਂਜੀ। ਸੋ ਇਸੇ ਕਰਕੇ ਜੋ ਬਾਈਡਨ ਸਾਹਿਬ ਇਨਸਿਸਟ ਕਰ ਰਹੇ ਆ, ਅੱਖਾਂ ਮੀਟ ਰਹੇ ਆ ਕਬੂਤਰ ਵਾਂਗੂ ਵੀ ਬਿੱਲੀ ਹੈ ਨਹੀਂ ਇੱਥੇ ਹਾਂਜੀ, ਪਰ ਬਿੱਲੀ ਆਈ ਹੈ, ਚਲੋ ਬਿੱਲੀ ਆਈ ਹੈ, ਹੋ ਸਕਦਾ ਉਹ ਰੱਜੀ ਹੋਵੇ, ਨਾ ਖਾਣ ਵਾਲੀ। ਹਾਂ, ਰਿਸੈਸ਼ਨ ਹੋ ਸਕਦਾ ਮਾੜਾ ਵੱਡਾ ਨਾ ਹੋਵੇ, ਛੋਟਾ ਰਿਸੈਸ਼ਨ ਹੋਵੇ, ਜ਼ਰੂਰੀ ਤਾਂ ਨਹੀਂ ਹੁੰਦਾ ਰਿਸੈਸ਼ਨ ਜਿੱਦਾਂ 1929 ਦੇ ਵਿੱਚ ਰਿਸੈਸ਼ਨ ਜਿਹੜਾ ਉਹ ਡਿਪਰੈਸ਼ਨ ਦੇ ਵਿੱਚ ਬਦਲ ਗਿਆ ਸੀ, ਉਹ ਇੰਨਾ ਰਿਸੈਸ਼ਨ ਵੱਡਾ ਹੋ ਗਿਆ ਕਿ ਹਰ ਪਾਸੇ ਫੈਕਟਰੀਆਂ ਬੰਦ, ਹਰ ਪਾਸੇ ਮਿੱਲਾਂ ਬੰਦ, ਲੋਕਾਂ ਦੇ ਕੋਲ ਕੋਈ ਇੰਪਲਾਇਮੈਂਟ ਨਹੀਂ। ਲੋਕਾਂ ਤੋਂ ਉਹ ਜ਼ਮਾਨਾ ਸੀ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਲੋਕਾਂ ਨੂੰ ਰੋਟੀ ਨਹੀਂ ਸੀ ਮਿਲਦੀ। ਉਸ ਵੇਲੇ ਵੈਲਫੇਅਰ ਸਕੀਮ ਲਈ ਲੋਕਾਂ ਨੇ ਪਾਰਟੀਆਂ ਬਣਾਉਣੀਆਂ ਸ਼ੁਰੂ ਕੀਤੀਆਂ, ਐਸੋਸੀਏਸ਼ਨ ਬਣਾਉਣੀਆਂ ਸ਼ੁਰੂ ਕੀਤੀਆਂ, ਚਰਚਾਂ ਨੇ ਆ ਕੇ ਫਿਰ ਚੈਰਿਟੀ ਵਰਕ ਸ਼ੁਰੂ ਕੀਤਾ ਕਿ ਲੋਕਾਂ ਨੂੰ ਕਮ ਸੇ ਕਮ ਰੋਟੀ ਤਾਂ ਮਿਲੇ, ਬ੍ਰੈਡ ਤਾਂ ਮਿਲੇ ਨਾ, ਨਹੀਂ ਤਾਂ ਇੱਥੇ ਰਿਬੈਲੀਅਨ ਆ ਜਾਊਗਾ ਜੀ। ਪਰ ਉਸ ਡਿਪਰੈਸ਼ਨ ਤੋਂ ਬਾਅਦ ਫਿਰ ਰਿਸੈਸ਼ਨ ਜ਼ਰੂਰ ਆਇਆ, ਤੇ ਹੁਣ ਡਿਪਰੈਸ਼ਨ ਤਾਂ ਕੀ ਪਤਾ, ਕੋਈ ਨਹੀਂ ਪਤਾ ਸਾਡੀ ਇਕੋਨਮੀ ਕਿੱਧਰ ਨੂੰ ਜਾ ਰਹੀ ਹੈ। ਹੁਣੇ ਅਜੇ 2-4 ਮਹੀਨੇ ਪਹਿਲਾਂ ਕਹਿੰਦੇ ਸੀ ਇਕੋਨਮੀ ਦੇ ਵਿੱਚ ਇੱਕਦਮ ਡਿਮਾਂਡ ਆ ਗਈ, ਕਿਉਂਕਿ ਪੈਂਡੈਮਿਕ ਐਂਡ ਹੋਇਆ ਨਾ ਹਾਂਜੀ, ਉਸ ਡਿਮਾਂਡ ਨੇ ਇਨਫਲੇਸ਼ਨ ਤਾਂ ਨੂੰ ਕਰਤੀ ਜੀ। ਤਾਂ ਹੁਣ ਆਲੇ ਦੁਆਲੇ ਇਹੀ ਖਬਰ ਆ ਰਹੀ ਹੈ ਕਿ ਡਿਮਾਂਡ ਘਟ ਗਈ ਹੈ, ਇੱਕਦਮ ਡਿਮਾਂਡ ਘਟ ਗਈ ਹੈ ਤਾਂ ਪ੍ਰਾਈਸਾਂ ਵੀ ਥੱਲੇ ਆ ਰਹੀਆਂ। ਹੁਣ ਇਸ ਵੇਲੇ ਜੇ ਕੋਈ ਘਰ ਖਰੀਦਣ ਦੇ ਚਾਹਵਾਨ ਆ, ਉਹਨਾਂ ਨੂੰ ਖਰੀਦਣ ਦੀ ਕੋਈ ਲੋੜ ਨਹੀਂ, ਕਿਉਂਕਿ ਇਹ ਤਾਂ ਨੂੰ ਨਹੀਂ ਚੜ੍ਹਨੇ। ਜੇ ਤਾਂ ਨੂੰ ਚੜ੍ਹਨੇ ਹੋਣ ਫੇਰ ਤਾਂ ਖਰੀਦ ਲਓ। ਇਸ ਵੇਲੇ ਉਹਨਾਂ ਦੇ ਥੱਲੇ ਨੂੰ ਡਿੱਗਣ ਦੀ ਹੋਰ ਆਸ ਹੈ ਜੀ। ਸੋ ਲੋਕੀ
ਇਸ ਕਰਕੇ ਆਸ ਲਾ ਕੇ ਬੈਠੇ ਆ 75% ਜਿਹੜਾ ਸਰਵੇ ਕਹਿੰਦਾ ਸਾਡੇ ਕੈਨੇਡਾ ਦੇ ਵਿੱਚ, ਹਾਲਾਂਕਿ ਕੈਨੇਡਾ ਦੇ ਵਿੱਚ ਟੈਕਨੀਕਲੀ ਰਿਸੈਸ਼ਨ ਨਹੀਂ ਆਇਆ। ਹਾਂਜੀ, ਕੈਨੇਡਾ ਦੀ ਇਕਨੋਮੀ ਇਜ਼ ਡੂਇੰਗ ਵੈਲ, ਪਹਿਲੇ ਕੁਆਟਰ 'ਚ ਵੀ ਦੂਜੇ ਕੁਆਟਰ ਦੇ ਵਿੱਚ ਵੀ ਅਜੇ ਤੱਕ ਠੀਕ ਹੈ। ਪਰ ਕਹਿੰਦੇ ਹੁੰਦੇ ਆ ਵੀ ਜੇ US ਦੇ ਵਿੱਚ ਰਿਸੈਸ਼ਨ ਆ ਗਿਆ ਉਦੋਂ ਬਾਅਦ ਕੈਨੇਡਾ 'ਚ ਆਉਣਾ ਲਾਜ਼ਮੀ ਹੈ। ਹਾਂਜੀ, 80% ਸਾਡਾ ਟ੍ਰੇਡ ਜਿਹੜਾ ਹੈ US ਦੇ ਨਾਲ ਹੈ ਜੀ। ਅਸੀਂ ਬਚ ਹੀ ਨਹੀਂ ਸਕਦੇ। ਜੇ ਉਹਨਾਂ ਨੂੰ ਜ਼ੁਕਾਮ ਹੋ ਜਾਵੇ ਤਾਂ ਸਾਨੂੰ ਵੱਡਾ ਜ਼ੁਕਾਮ, ਸਾਨੂੰ ਤਾਂ ਕੋਈ ਹੋਰ ਬਿਮਾਰੀ ਲੱਗ ਜਾਂਦੀ। ਅੱਜ ਕੱਲ੍ਹ ਕੀ ਕਹਿੰਦੇ ਕੋਵਿਡ ਲੱਗ ਜਾਂਦਾ ਸਾਨੂੰ। ਹਾਂਜੀ, ਉਹਨਾਂ ਨੂੰ ਉਹ ਮਾੜੀ ਜਿਹੀ ਛਿੱਕ ਮਾਰਨ ਤਾਂ ਸਾਨੂੰ ਕਹਿੰਦੇ ਹੁੰਦੇ ਵੀ ਵਾਇਰਸ ਆ ਗਈ ਹੈ ਸਾਡੇ ਕੋਲ ਜੀ। ਇੱਕ ਹੀ ਤਾਂ ਸਾਡੇ ਤੋਂ ਗਾਹਕ ਆ। ਸੋ ਇਸ ਤੋਂ ਇਹ ਮਾੜੀ ਖਬਰ ਹੈਗੀ ਆ ਡੈਮੋਕ੍ਰੈਟਸ ਲਈ। ਵੈਸੇ ਤਾਂ ਰਿਪਬਲਿਕਨ ਪਾਰਟੀ ਲਈ ਵੀ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਵੀ ਇਸ ਦੇਸ਼ ਦੇ ਰਹਿਣ ਵਾਲੇ ਆ, ਪਰ ਉਹ ਆਪੋਜੀਸ਼ਨ ਦੇ ਵਿੱਚ ਹੈ। ਹਾਂਜੀ, ਹੁਣ ਉਹਨਾਂ ਨੇ ਕਹਿਣਾ ਦੇਖੋ ਜੀ ਇਹਨਾਂ ਨੇ ਕੰਮ ਖਰਾਬ ਕਰ ਦਿੱਤਾ। ਵੈਸੇ ਵੀ ਡਾਕਟਰ ਸਾਹਿਬ ਬਾਈਡਨ ਸਾਹਿਬ ਦੇ ਲਈ ਕੁਝ ਚੰਗੀ ਖਬਰ ਕਦੇ ਆਈ ਨਹੀਂ ਪਿਛਲੇ ਦਿਨਾਂ ਦੇ ਵਿੱਚ। ਆਏ ਦਿਨ ਜਦੋਂ ਵੀ ਨਵੀਂ ਸਵੇਰ ਹੁੰਦੀ ਆ ਨਾ, ਉਹਨਾਂ ਦੇ ਲਈ ਜਿਹੜੀ ਖਬਰ ਹੁੰਦੀ ਆ ਉਹ ਉਹਨਾਂ ਦੇ ਪੱਖ 'ਚ ਨਹੀਂ ਜਾਂਦੀ ਹੁੰਦੀ, ਉਹਨਾਂ ਦੇ ਅਗੇਂਸਟ ਹੀ ਜਾਂਦੀ ਹੁੰਦੀ ਆ। ਦੇਖੋ ਜੇ ਲੋਕਾਂ ਨੂੰ ਐਜੂਕੇਟ ਕਰਨਾ ਹੋਵੇ ਫਿਰ ਤੁਸੀਂ ਜਿਹੜੀ ਚੰਗੀ ਖਬਰ ਇੱਕ ਜ਼ਮਾਨੇ ਦੇ ਵਿੱਚ ਆਈ ਸੀ ਇਹਨਾਂ ਲਈ, EMPLOYMENT ਵਧੀ ਸੀ ਇੱਥੇ US ਦੇ ਵਿੱਚ। ਪੈਂਡੈਮਿਕ ਜਦੋਂ ਖਤਮ ਹੋਇਆ ਫੈਕਟਰੀਜ਼ ਖੁੱਲ੍ਹ ਗਈਆਂ, ਮਿੱਲਾਂ ਖੁੱਲ੍ਹ ਗਈਆਂ, ਸਰਵਿਸ ਇੰਡਸਟਰੀ ਖੁੱਲ੍ਹ ਗਈ, ਇੱਕਦਮ EMPLOYMENT ਤੰਜ ਹੋਈ। ਉਹਦੀ ਕ੍ਰੈਡਿਟ ਲੈਣ ਲੱਗ ਪਏ ਜੋ ਬਾਈਡਨ ਸਾਹਿਬ। ਹਾਂਜੀ, ਕਿ ਮੈਂ ਜੌਬਾਂ ਕ੍ਰੀਏਟ ਕਰਤੀਆਂ, ਹਾਲਾਂਕਿ ਇਹਨਾਂ ਦਾ ਕੋਈ ਹੱਥ ਨਹੀਂ ਸੀ। ਕ੍ਰਿਟਿਕਸ ਨੇ ਭਾਂਡਾ ਭੰਨਤਾ ਸੀ ਉਸੇ ਵਕਤ। ਉਦੋਂ ਚਲੋ ਉਦੋਂ ਤਾਂ ਗੱਲ ਹੀ ਕਰਦੇ ਸੀ। ਹੁਣ ਫਿਰ ਲੋਕੀ ਸੋਚਦੇ ਆ ਜੇ ਤੁਸੀਂ ਉਦੋਂ ਜੌਬਸ ਕ੍ਰੀਏਟ ਕਰਤੀਆਂ, ਹੁਣ ਜੌਬਸ ਜੇ ਜਾਂਦੀਆਂ ਲੱਗੀਆਂ ਇਹਦਾ ਮਤਲਬ ਤੁਸੀਂ ਪਹਿਲਾਂ ਕ੍ਰੀਏਟ ਕੀਤੀਆਂ ਹੁਣ ਜਾਂਦੀਆਂ ਲੱਗੀਆਂ। ਹਾਂਜੀ, ਜੇ ਇਨਫਲੇਸ਼ਨ ਆ ਗਿਆ ਤੇ ਜੋ ਬਾਈਡਨ ਦਾ ਵੈਸੇ ਕੋਈ ਹੱਥ ਨਹੀਂ ਇਹਦੇ ਵਿੱਚ। ਹਾਂਜੀ, ਪਰ ਬਲੇਮ ਲੋਕਾਂ ਨੇ ਉਹਨੂੰ ਹੀ ਕਰਨਾ। ਜਿਹੜਾ ਬੰਦਾ ਪਾਵਰ 'ਚ ਹੋਵੇ ਡਾਕਟਰ ਸਾਹਿਬ ਫਿਰ ਬਲੇਮ ਤਾਂ ਉਹਨੂੰ ਹੀ ਕੀਤਾ ਜਾਂਦਾ। ਇਹ ਵੀ ਮਾੜੀ ਗੱਲ ਹੈ ਕਿਉਂਕਿ ਜਿਹੜੀ ਚੰਗੀ ਗੱਲ ਆਪਣੇ ਆਪ ਹੋ ਜਾਂਦੀ ਆ ਉਹਦਾ ਸਿਹਰਾ ਵੀ ਆਪਣੇ ਸਿਰ ਲੈਂਦੇ ਆ ਨਾ। ਹਾਂਜੀ, ਆਹ ਵੱਡੀ ਪ੍ਰੋਬਲਮ ਹੈ ਇਹਨਾਂ ਦੀ ਜੀ। ਇਹਨਾਂ ਨੂੰ ਜਦੋਂ ਜਾਂ ਤਾਂ ਲੋਕਾਂ ਨੂੰ ਐਜੂਕੇਟ ਹੀ ਇਦਾਂ ਕਰਨ ਵੀ ਭਾਈ ਇਕਨੋਮੀ ਜਿਹੜੀ ਆ ਫ੍ਰੀ ਐਂਟਰਪ੍ਰਾਈਜ਼ ਇਕਨੋਮੀ ਆ, ਸਰਕਾਰ ਦੀਆਂ ਪਾਲਿਸੀਆਂ ਦਾ ਥੋੜਾ ਬਹੁਤਾ ਫਰਕ ਪੈਂਦਾ ਹੁੰਦਾ। ਇਹ ਨਹੀਂ ਕਿ ਸਰਕਾਰ ਦੀ ਪਾਲਿਸੀ ਦਾ ਫਰਕ ਹੀ ਨਹੀਂ ਪੈਂਦਾ। ਸਰਕਾਰ ਜੇ ਜਿੱਦਾਂ ਸਾਡੇ ਇਕਨੋਮਿਸਟ ਇਹ ਕਹਿ ਰਹੇ ਆ ਕਿ ਇੱਕ ਪਾਸੇ ਤਾਂ ਇਨਫਲੇਸ਼ਨ ਆ ਰਿਹਾ, ਦੂਸਰੇ ਪਾਸੇ ਸਾਡੀ ਸਰਕਾਰ ਨੇ ਇੰਨੇ ਇਨਸੈਂਟਿਵ ਸਿੱਟੇ ਆ, ਉਹ ਇਕਨੋਮੀ ਦੇ ਵਿੱਚ ਪੈਸੇ ਤੇ ਪੈਸਾ ਸਿੱਟੀ ਜਾਂਦੇ ਆ ਤਾਂ ਇਨਫਲੇਸ਼ਨ ਹੋਰ ਵੀ ਵਰਸਟ ਹੋਈ ਜਾਂਦਾ, ਖਰਾਬ ਹੋਈ ਜਾਂਦਾ। ਇਹਦੇ ਵਿੱਚ ਸਰਕਾਰ ਦੀ ਪਾਲਿਸੀ ਆ, ਇਹਨੂੰ ਬਦਲਿਆ ਜਾ ਸਕਦਾ। ਇਨਫਲੇਸ਼ਨ ਨੂੰ ਰੋਕਣ ਲਈ ਸਰਕਾਰ ਜੇ ਘੱਟ ਕਰ ਦੇਵੇ ਆਪਣਾ ਖਰਚਾ, ਥੋੜਾ ਜਿਹਾ ਇਨਫਲੇਸ਼ਨ ਘੱਟ ਹੋ ਜਾਊਗਾ। ਪਰ ਸਰਕਾਰਾਂ ਫ੍ਰੀ ਐਂਟਰਪ੍ਰਾਈਜ਼ ਇਕਨੋਮੀ ਤੇ ਕੁਝ ਨਹੀਂ ਕਰ ਸਕਦੀ ਜੀ। ਇਹ ਆਪਣੇ ਆਪ ਹੀ ਚੱਲਦੀ ਹੈ, ਜ਼ਿਆਦਾ ਤੌਰ ਤੇ ਸਪਲਾਈ ਡਿਮਾਂਡ ਤੇ ਚੱਲਦੀ ਵੈਸੇ। ਹਾਂਜੀ, ਤੇ ਸਪਲਾਈ ਤੇ ਡਿਮਾਂਡ ਨੂੰ ਤੁਸੀਂ ਕੰਟਰੋਲ ਨਹੀਂ ਕਰ ਸਕਦੇ। ਜੀ ਬਿਲਕੁਲ ਤੁਸੀਂ ਸਹੀ ਕਿਹਾ ਡਾਕਟਰ ਸਾਹਿਬ, ਸਪਲਾਈ ਤੇ ਡਿਮਾਂਡ ਨੂੰ ਕੰਟਰੋਲ ਕਰਨਾ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਆ। ਹੁਣ ਪ੍ਰੋਬਲਮ ਤਾਂ ਇਹ ਪੈਂਦੀ ਹੈ ਕਿ ਇੱਕ ਪਾਸੇ ਤਾਂ ਉਹਨਾਂ ਦੇ ਰਿਸੈਸ਼ਨ ਆ ਜਾਣਾ, ਜੇ ਟੈਕਨੀਕਲੀ ਤਾਂ ਉਹ ਸ਼ੁਰੂ ਹੋ ਚੁੱਕਾ ਹੈ US ਦੇ ਵਿੱਚ। ਹੁਣ ਥਰਡ ਕੁਆਟਰ ਦੇ ਵਿੱਚ ਜੂਨ ਤੋਂ ਸਤੰਬਰ ਤੇ ਇਹਦੇ ਵਿੱਚ ਅੰਕੜੇ ਕੀ ਆਉਂਦੇ ਆ ਤਾਂ ਉਸ ਤੋਂ ਬਾਅਦ ਸਾਡਾ ਕੀ ਹਾਲ ਹੁੰਦਾ ਕੈਨੇਡਾ ਦਾ ਇੱਥੇ ਜੀ, ਕਿਉਂਕਿ ਸਾਡੀ ਹਾਲੇ ਇਕਨੋਮੀ ਜਿਹੜੀ ਠੀਕ ਚੱਲ ਰਹੀ ਹੈ। ਤੇ ਜਿੱਦਾਂ ਅਸੀਂ ਗੱਲ ਕੀਤੀ ਹੈ ਕਿ ਜੇ ਤੁਹਾਡਾ ਇੱਕੋ ਹੀ ਪਾਰਟਨਰ ਆ ਟ੍ਰੇਡਿੰਗ ਪਾਰਟਨਰ ਤੇ ਉਹਨਾਂ ਦੇ ਰਿਸੈਸ਼ਨ ਆ ਗਿਆ, ਤੁਹਾਡੇ ਵੀ ਆਉਣਾ ਹੀ ਆਉਣਾ ਹੈ। ਜੀ ਬਿਲਕੁਲ, ਇਹ 'ਚ ਦੋ ਰਾਵਾਂ ਨਹੀਂ ਹੈ। ਹਾਂਜੀ, ਸੋ ਇਹਦੇ ਨਾਲ ਜਿਹੜਾ ਰਿਸੈਸ਼ਨ ਉਹਨਾਂ ਦੇ ਆਇਆ ਨਾ, ਇਹਨਾਂ ਥੋੜੇ ਜਿਹਾ ਇਲੈਕਸ਼ਨ ਦੇ ਪ੍ਰੋਗਰੈਸ ਜਿਹੜੀ ਹੈ ਉਹ ਤਾਂ ਨੂੰ ਹੋ ਗਈ ਹੈ ਲੱਗਦੀ, ਕਿਉਂਕਿ ਫੈਡਰਲ ਲਿਬਰਲਸ ਇਹ ਨਹੀਂ ਚਾਹਣਗੇ ਕਿ ਪੂਰਾ ਰਿਸੈਸ਼ਨ ਆਏ ਤੋਂ ਬਾਅਦ ਇਲੈਕਸ਼ਨ ਕਰਾਉਣ, ਫੇਰ ਤਾਂ ਬਿਲਕੁਲ ਜਿੱਤਣ ਦੇ ਚਾਂਸ ਨਹੀਂ ਹੁੰਦੇ ਨਾ। ਹਾਂਜੀ, ਫੇਰ ਤਾਂ ਲੋਕੀ ਉਂਗਲੀਆਂ ਕਰਦੇ ਆ ਵੀ ਇਹਨਾਂ ਨੇ ਰਿਸੈਸ਼ਨ ਲਿਆਂਦਾ। ਹਾਂਜੀ, ਵੈਸੇ ਉਹਨਾਂ ਦਾ ਹੱਥ ਹੋਵੇ ਚਾਹੇ ਨਾ ਹੋਵੇ। ਹਾਂਜੀ, ਹੁੰਦਾ ਨਹੀਂ ਹੈ, ਉਹ ਕੰਟਰੋਲ ਨਹੀਂ ਕਰਦੇ ਰਿਸੈਸ਼ਨ ਨੂੰ, ਨਾ ਆਉਣ ਦੇ ਵਿੱਚ ਤਾਂ ਨਾ ਜਾਣ ਦੇ ਵਿੱਚ। ਕਹਿੰਦੇ ਹੁੰਦੇ ਕਿ ਮਹਿਮਾਨ ਆਇਆਂ ਦੀ ਖੁਸ਼ੀ ਹੁੰਦੀ ਹੈ ਕਈਆਂ ਦੇ, ਤੇ ਕਈਆਂ ਦੇ ਜਾਇਆਂ ਤੇ ਖੁਸ਼ੀ ਹੁੰਦੀ ਹੈ। ਹਾਂਜੀ, ਤੇ ਰਿਸੈਸ਼ਨ ਦੇ ਆਉਣ ਤੇ ਦੁੱਖ ਆਉਂਦਾ ਹੈ, ਜਾਣ ਤੇ ਖੁਸ਼ੀ ਹੁੰਦੀ ਹੈ। ਹਾਂਜੀ, ਤੇ ਇਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਕਈ
ਅਜੇ ਤੱਕ ਸਾਰੀਆਂ ਕਿਆਸਰਾਈਆਂ ਇਹ ਲੱਗ ਰਹੀਆਂ ਓਟਵਾ ਦੇ ਵਿੱਚ ਕਿ ਇੱਥੇ ਫਾਲ ਦੇ ਵਿੱਚ ਇਲੈਕਸ਼ਨ ਹੋਣ ਵਾਲੀ ਹੈ। ਅੱਛਾ, ਦੂਸਰੀ ਕਿਆਸਰਾਈ ਇਹ ਲੱਗ ਰਹੀ ਹੈ ਕਿ ਜਸਟਿਨ ਟਰੂਡੋ ਇੰਨੇ ਅਨਪਾਪੂਲਰ ਹੋ ਚੁੱਕੇ ਆ ਕਿ ਉਹਨਾਂ ਤੋਂ 60% ਕੈਨੇਡੀਅਨ ਇਸ ਵੇਲੇ ਜੇ ਅੱਜ ਵੋਟ ਪਾਉਣੀ ਹੋਵੇ, ਈਵਨ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਆਪਣੀ ਪੋਲਿੰਗ ਆ, ਉਹਨਾਂ ਨੇ ਕਹਿੰਦੇ ਆ ਕਿ ਜੌਂ ਸ਼ਰੇ ਜੇ ਬਣ ਜਾਵੇ ਫੇਰ ਤਾਂ ਕੋਈ ਪਰਵਾਹ ਹੀ ਨਹੀਂ ਉਹਨਾਂ ਨੂੰ, ਉਹਨਾਂ ਨੇ ਜਿੱਤਣਾ। ਈਵਨ ਜੇ ਪੀਅਰ ਪੋਲੀਵਰ ਵੀ ਬਣ ਜਾਵੇ, ਪੀਅਰ ਪੋਲੀਵਰ ਵੀ ਅੱਜ ਕੱਲ੍ਹ ਜਿੱਤਦੇ ਆ। ਹਾਂਜੀ। ਸੋ ਜਿੱਦਾਂ ਅੱਗੇ 2 ਵਾਰ ਇਹ ਜਿੱਤੇ ਆ, ਇਸ ਕਰਕੇ ਨਹੀਂ ਜਿੱਤੇ ਕਿ ਜਸਟਿਨ ਟਰੂਡੋ ਪਾਪੂਲਰ ਸੀ, ਇਸ ਕਰਕੇ ਜਿੱਤਿਆ ਕਿ ਇਹਨਾਂ ਦੇ ਵਿਰੋਧੀ ਇੰਨੇ ਅਨਪਾਪੂਲਰ ਸੀ, ਕਮਜ਼ੋਰ ਸੀ। ਇੱਥੇ BC ਦੇ ਵਿੱਚ ਵੀ ਇਦਾਂ ਹੀ ਹੋਇਆ। ਹਾਂਜੀ। ਆ 2 ਇਲੈਕਸ਼ਨ ਪਿੱਛੇ ਇਹ ਜਿੱਤੇ ਆ, ਇਹ 18 ਵਾਲੀ ਜਿੱਤੇ ਆ, ਉਸ ਤੋਂ ਬਾਅਦ 20 ਦੇ ਜਿੱਤੇ ਆ। ਇਹ ਜਿੱਤੇ ਕਾਹਦੇ ਆ ਕਿ ਵਿਰੋਧੀ ਇੰਨਾ ਮਾੜੀ ਸੀ। ਹਾਂਜੀ। ਤੇ ਹੁਣ ਲੱਗਦਾ ਆ BC ਲਿਬਰਲ ਨੂੰ, ਪਰ ਮੈਂ ਨਵੇਂ ਲੀਡਰ ਦੀ ਤੁਸੀਂ ਕਦੇ ਗੱਲ ਸੁਣੀ? ਨਹੀਂ। ਉਹ ਇਦਾਂ ਲੱਗਦਾ ਵੀ ਜਿੱਤ ਕੇ ਉਦੋਂ ਬਾਅਦ ਸੌਂ ਗਏ ਹੁੰਦੇ। ਹਾਂਜੀ, ਕਿਸੇ ਗੂੜੀ ਨੀਂਦ ਦੇ ਵਿੱਚ ਚਲੇ ਗਏ ਲੱਗਦੇ ਆ। ਜੇ ਤੁਹਾਡੇ ਵਿਰੋਧੀ ਧਿਰ ਦੇ ਲੀਡਰ ਨੂੰ ਕੋਈ ਨਾਂ ਹੀ ਨਹੀਂ ਲੈ ਰਹੇ ਵੀ ਉਹਨੇ ਕੀ ਕਿਹਾ, ਉਹਨੇ ਕੀ ਪ੍ਰਪੋਜ਼ਲ ਦਿੱਤੀ ਆ ਜਿਹੜਾ ਵੱਖਰਾ ਆ ਇਹਨਾਂ ਤੋਂ, ਜੀ ਕਮ ਸੇ ਕਮ ਆਲੋਚਨਾ ਤਾਂ ਕਰਨੀ ਪੈਂਦੀ ਹੈ ਨਾ। ਹਾਂਜੀ। ਜਿਹੜੀ ਆਪੋਜੀਸ਼ਨ ਆ, ਇਹਨਾਂ ਦਾ ਕੰਮ ਵੈਸੇ ਸੌਖਾ ਹੁੰਦਾ। ਆਪੋਜੀਸ਼ਨ ਨੇ ਕਹੀ ਜਾਣਾ ਵੀ ਅੱਜ ਮੀਂਹ ਪੈ ਗਿਆ, ਇਹਨਾਂ ਦਾ ਕਰਕੇ ਪੈ ਗਿਆ। ਹਾਂਜੀ। ਹਵਾ ਵਾਗੇ, ਇਹਨਾਂ ਦਾ ਕਰਕੇ ਪੈ ਗਈ। ਫੈਰੀਜ਼ ਨਹੀਂ ਟਾਈਮ ਤੇ ਆਈਆਂ, ਇਹਨਾਂ ਨੇ ਦੇਖੋ ਮੈਨੇਜਮੈਂਟ ਹੀ ਇਹਨਾਂ ਦੀ ਬੜੀ ਮਾੜੀ ਹੈ। ਹਾਂਜੀ। ਇੱਥੇ ਘਰ ਮਹਿੰਗੇ ਹੋਏ, ਇਹਨਾਂ ਨੇ ਕਰਤੇ। ਹਾਂਜੀ। ਇੱਥੇ ਕਾਰਾਂ ਨਹੀਂ ਮਿਲਦੀਆਂ, ਇਹਨਾਂ ਨੇ ਕਰਤੀਆਂ। ਹਰ ਚੀਜ਼ ਦਾ ਇਲਜ਼ਾਮ ਲਾ ਦੇਣਾ। ਹਰ ਚੀਜ਼ ਦਾ ਇਲਜ਼ਾਮ ਲਾਓ। ਇਹ ਤਾਂ ਸੌਖਾ ਕੰਮ ਆ, ਸਭ ਤੋਂ ਸੌਖਾ ਕੰਮ ਆ। ਹੈਰਾਨੀ ਦੀ ਗੱਲ ਹੈ ਵੀ ਇਹ ਵੀ ਨਹੀਂ ਕੰਮ ਕਰਦੇ ਇਹ। ਹਾਂਜੀ। ਨਵਾਂ ਪਹਿਲਾਂ ਤਾਂ ਉਡੀਕਦੇ ਕਿ BC ਲਿਬਰਲ ਦਾ ਨਵਾਂ ਲੀਡਰ ਆ ਜਾਣਾ, ਉਹ ਲੀਡਰ ਆ ਕੇ ਵੀ ਚੁੱਪ ਕਰ ਗਿਆ। ਵਿਰੋਧੀ ਧਿਰ ਦੀ ਭੂਮਿਕਾ ਵੀ ਨਹੀਂ ਨਿਭਾਉਂਦੇ ਹੈਗੇ, ਜਿਹਦੇ ਲਈ ਜਿਹੜਾ ਸਭ ਤੋਂ ਸੌਖਾ ਕੰਮ ਆ। ਸਭ ਤੋਂ ਸੌਖਾ ਕੰਮ ਇਹ ਹੀ ਆ ਕਿ ਤੁਸੀਂ ਆਪਣੀ ਉਂਗਲ ਤਾਂ ਨੂੰ ਰੱਖੋ। ਹਾਂਜੀ। ਉਸ ਉਂਗਲ ਦੀ ਜਿਹੜੀ ਸੇਧ ਆ ਉਹ ਆਪੋਜੀਸ਼ਨ ਗਵਰਨਿੰਗ ਪਾਰਟੀ ਵੱਲ ਹੋਵੇ। NDP ਨੇ ਸਾਨੂੰ ਆਹ ਕਰਤਾ, NDP ਨੇ ਸਾਨੂੰ ਆਹ ਕਰਤਾ। ਜੇ ਤੁਹਾਨੂੰ ਸਾਹ ਵੀ ਨਹੀਂ ਆਉਂਦਾ ਨਾ, ਉਹ ਵੀ ਕਹਿ ਦੋ ਭਾਵੇਂ। ਹਾਂਜੀ। ਵੀ ਮੈਨੂੰ ਮੇਰਾ ਸਾਹ ਰੋਕ ਲਿਆ, ਮੇਰੇ ਮੂੰਹ ਤੇ ਹੱਥ ਰੱਖਤਾ NDP ਵਾਲਿਆਂ ਨੇ ਆ ਕੇ। ਜੀ। ਕਮ ਸੇ ਕਮ ਤੁਹਾਡਾ ਕੰਮ ਤਾਂ ਸੌਖਾ ਹੋ ਗਿਆ। ਕੁਛ ਕਹੋ ਤਾਂ ਸਹੀ, ਸਵੇਰੇ ਉੱਠ ਕੇ ਲੋਕ ਪੜ੍ਹਨ ਤਾਂ ਸਹੀ ਵੀ ਆਹ ਗੱਲ ਕਹੀ ਆ ਵਿਰੋਧੀ ਧਿਰ ਨੇ। ਤੁਸੀਂ ਦੇਖੋ ਫੈਡਰਲ ਗਵਰਨਮੈਂਟ ਨੇ ਸਾਡੇ ਓਟਵਾ ਦੇ ਵਿੱਚ, ਹਾਲਾਂਕਿ ਕੰਜ਼ਰਵੇਟਿਵ ਪਾਰਟੀ ਦੇ ਕੋਲ ਲੀਡਰ ਹੈ ਨਹੀਂ, ਸਤੰਬਰ ਦੇ ਵਿੱਚ ਉਹਨਾਂ ਨੇ ਚੁਣਨਾ। ਹਾਂਜੀ। ਪਰ ਰੋਜ਼ ਹੀ ਜਦੋਂ ਉੱਠਦੇ ਸੀ, ਹੁਣ ਤਾਂ ਛੁੱਟੀਆਂ ਆ ਇਹਨਾਂ ਨੂੰ, ਜਦੋਂ ਵੀ ਉੱਠਦੇ ਸੀ ਸਭ ਤੋਂ ਪਹਿਲਾਂ ਕਿੰਨੇ ਸਵਾਲ ਦਾਗਦੇ ਸੀ। ਹਾਂਜੀ। ਹਰ ਰੋਜ਼ ਖਬਰਾਂ ਦੇ ਵਿੱਚ। ਹਾਂਜੀ। ਅੱਛਾ, ਇਹ ਤਾਂ ਹੋਈ ਆਪੋਜੀਸ਼ਨ, ਕਿਉਂਕਿ ਉਹਨਾਂ ਨੇ ਤਾਂ ਕੋਈ ਹੋਰ ਕੰਮ ਹੀ ਨਹੀਂ ਕਰਨਾ। ਤਾਂ ਸਵੇਰ ਨੂੰ ਉੱਠ ਕੇ ਆ ਗਏ, ਉਹਨਾਂ ਨੇ ਦੇਖਣਾ ਕਿ ਇਹਦੇ ਵਿੱਚ ਗਲਤੀ ਆ, ਇਹਦੇ ਵਿੱਚ ਗਲਤੀ ਆ। ਗਲਤੀਆਂ ਬਹੁਤ ਆ। ਹਾਂਜੀ। ਲੋਕਾਂ ਨੂੰ ਪਾਸਪੋਰਟ ਨਹੀਂ ਮਿਲਦੇ। ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦਾ ਜਿਹੜਾ ਦੁਨੀਆ ਭਰ ਦਾ ਮੰਨ ਗਿਆ, ਹੁਣ ਨੰਬਰ 1 ਆ ਗਿਆ ਕਿ ਇੱਥੇ ਡਿਲੇਜ਼ ਸਭ ਤੋਂ ਵੱਧ ਹੁੰਦੀਆਂ। ਹਾਂਜੀ। ਤਾਂ ਲੋਕੀ ਤਾਂ ਜਾਂਦੇ ਆ ਨਾ, ਆਉਂਦੇ ਜਾਂਦੇ ਆ। ਜਿਹੜੀਆਂ ਮਾਈਨਰ ਤੋਂ ਮਾਈਨਰ ਇਸ਼ੂਜ਼ ਆ ਲੋਕਾਂ ਨੂੰ, ਉਹ ਰਿਜ਼ੋਲਵ ਨਹੀਂ ਕਰ ਸਕਦੇ, ਤੇ ਉਹਦੇ ਬਾਰੇ ਰੌਲਾ ਪਾਉਣਾ ਆਪੋਜੀਸ਼ਨ ਲਈ ਕੋਈ ਵੱਡੀ ਗੱਲ ਨਹੀਂ। ਕਮ ਸੇ ਕਮ ਉਹ ਪਾਉਂਦੇ ਤਾਂ ਹੈ ਨਾ। ਈਵਨ ਜਗਮੀਤ ਸਿੰਘ ਵੀ ਰੋਜ਼ ਹੀ ਆਪਣੀ ਟਵੀਟ ਕਰਦਾ ਹੈ, ਉਹ ਹਮੇਸ਼ਾ ਹੀ ਪ੍ਰਾਈਮ ਮਿਨਿਸਟਰ ਨੂੰ ਕ੍ਰਿਟਿਸਾਈਜ਼ ਕਰਦੇ, ਉਹਦੀ ਆਲੋਚਨਾ ਕਰਨੀ ਹੈ। ਹਾਂ, ਉਹਨਾਂ ਦੀ ਆਲੋਚਨਾ ਚੱਲਦੀ ਨਹੀਂ, ਕਿਉਂਕਿ ਲੋਕੀ ਆਲੋਚਕ ਇਹ ਵੀ ਕਹਿੰਦੇ ਆ ਕਿ ਜੇ ਤੁਸੀਂ ਨਾ ਹੋਵੋ ਤਾਂ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਨਾ ਹੋਵੇ। ਹਾਂਜੀ। ਡਾਕਟਰ ਸਾਹਿਬ, ਮਿਊਨਿਸਪਲ ਇਲੈਕਸ਼ਨ ਦੀ ਗੱਲ ਕਰਦੇ ਆ ਆਪਾਂ, ਆਪਣੇ ਸ਼ਹਿਰ ਦੀ ਗੱਲ ਤਾਂ ਅਕਸਰ ਕਰਦੇ ਹੀ ਰਹਿੰਦੇ ਆ, ਪਰ ਅੱਜ ਅਸੀਂ ਬਰੈਂਪਟਨ ਸ਼ਹਿਰ ਦੀ ਗੱਲ ਕਰ ਲੈਂਦੇ ਆ। ਬਰੈਂਪਟਨ ਵਿੱਚ ਹੋਣ ਵਾਲੀਆਂ ਮਿਊਨਿਸਪਲ ਚੋਣਾਂ ਵਿੱਚ ਲਿਬਰਲ MP ਰੂਬੀ ਸਹੋਤਾ ਮੇਅਰ ਦੀ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਆ। ਇੱਕ ਤਰ੍ਹਾਂ ਨਾਲ ਓਪਨ ਸੀਕ੍ਰੇਟ, ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ, ਉਹੀ ਬਣਿਆ ਹੋਇਆ। ਉਹਨਾਂ ਨੇ ਗੱਲਬਾਤ ਦੇ ਦੌਰਾਨ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਉਹ ਬਰੈਂਪਟਨ ਨਾਰਥ 'ਚ ਮੇਅਰ ਦੀ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਆ। ਮਤਲਬ ਹਜੇ ਉਹਨਾਂ ਨੇ ਅਫੀਸ਼ੀਅਲ ਅਨਾਉਂਸਮੈਂਟ ਤਾਂ ਨਹੀਂ ਕੀਤੀ ਹੈਗੀ। ਹੁਣ ਇਹ ਪਹਿਲੀ ਵਾਰੀ 2015 'ਚ ਕੈਨੇਡਾ ਦੀ ਲਿਬਰਲ ਪਾਰਟੀ ਨਾਲ MP ਵਜੋਂ ਚੁਣੇ ਗਏ ਸੀ,
2019 ਤੇ 21 ਵਿੱਚ ਫਿਰ ਵੀ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਤੇ ਡਿਪਟੀ ਗਵਰਨਮੈਂਟ ਵਿਪ ਵੀ ਹੈਗੇ ਆ ਤੇ ਹੁਣ ਇਹਨਾਂ ਦਾ ਜਿਹੜਾ ਝੁਕਾਅ ਹੈਗਾ ਇਹ ਮਿਊਨਿਸਪਲ ਇਲੈਕਸ਼ਨ ਵੱਲ ਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਖਬਰ ਨੂੰ? ਦੇਖੋ, ਇੱਥੇ ਪਹਿਲੀ ਤਾਂ ਗੱਲ ਇਹ ਨਵੀਂ ਗੱਲ ਨਹੀਂ ਹੈ ਕਿ MPs MLAs ਕੈਨੇਡਾ ਦੇ ਵਿੱਚ ਮੇਅਰ ਦੀਆਂ ਇਲੈਕਸ਼ਨ ਲੜਨ, ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਕਿ ਸਾਡਾ ਨਾਂ ਬਣਿਆ ਆ, ਅਸੀਂ ਨੇਮ ਰੈਕਗਨੀਸ਼ਨ ਜ਼ਿਆਦਾ ਹੁੰਦੀ ਹੈ ਲੋਕਲ ਪੋਲਿਟਿਕਸ ਵਿੱਚ। ਔਰ ਦੂਸਰੀ ਵੱਡੀ ਗੱਲ ਹੁੰਦੀ ਹੈ ਕਿ ਖਾਸ ਤੌਰ ਤੇ ਅੱਜ ਕੱਲ੍ਹ ਜਿਹਨੂੰ ਇਲੈਕਸ਼ਨ ਜਿੱਦਾਂ ਫੈਡਰਲ ਇਲੈਕਸ਼ਨ ਦੇ ਚਾਂਸ ਲੱਗਦੇ ਆ ਤੇ ਹੁਣ ਜਿਹੜੇ ਵੇਵ ਦੇ ਵਿੱਚ ਇੱਕ ਵੇਵ ਆਉਂਦੀ ਆ, ਜਿੱਦਾਂ ਵੇਵ ਆਈ ਸੀ ਪਿਛੇ ਸਾਡੇ ਪੰਜਾਬ ਦੇ ਵਿੱਚ, ਉਹ ਵੇਵ ਦੇ ਵਿੱਚ ਕਮਲੇ ਤੋਂ ਕਮਲਾ ਜਿੱਤ ਗਿਆ। ਇਦਾਂ ਹੀ ਇੱਥੇ 2015 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਆ, ਉਹ ਵੇਵ ਆਈ ਹੈ ਲਿਬਰਲ ਪਾਰਟੀ ਦੀ। ਹਾਂਜੀ, ਲੋਕੀ ਖਿਲਾਫ ਹੋ ਗਏ ਹਾਰਪਰ ਦੇ, ਤੇ ਉਸ ਤੋਂ ਬਾਅਦ ਦੋ ਜਿਹੜੇ ਉਹਨਾਂ ਦੇ ਕੰਜ਼ਰਵੇਟਿਵ ਪਾਰਟੀ ਦੇ ਬੰਦੇ ਹੀ ਇਦਾਂ ਦੇ ਸੀ, ਉਹਨਾਂ ਦੇ ਖਿਲਾਫ ਲੋਕੀ ਉਹ ਚਾਹੇ ਮਿਨੋਰਿਟੀ ਬਣੀ ਆ, ਬਣ ਤਾਂ ਗਈ ਹੈ ਨਾ, ਭਾਵੇਂ ਉਹਨਾਂ ਦੀਆਂ ਵੋਟਾਂ ਜ਼ਿਆਦਾ ਸੀ ਐਕਚੁਅਲੀ, ਪਰ ਸੀਟਾਂ ਘੱਟ ਸੀ। ਹਾਂਜੀ, ਕਿਉਂਕਿ ਇਦਾਂ ਹੀ ਸਾਡਾ ਸਿਸਟਮ ਕੰਮ ਕਰਦਾ ਨਾ। ਤੇ ਹੁਣ ਲੱਗਦਾ ਹੈ ਕਿ ਜਿਹੜੇ ਲਿਬਰਲ ਪਾਰਟੀ ਦੇ ਜਿੰਨੇ MPs ਆ, ਜੇ ਤਾਂ ਇਹਨਾਂ ਦੀਆਂ ਖਾਸ ਹੀ ਸੀਟਾਂ ਆ, ਕੁਛ ਕੁ ਸੀਟਾਂ ਤਾਂ ਹੈਗੀਆਂ ਜਿਹੜੀਆਂ ਪੱਕੇ ਤੌਰ ਤੇ, ਜਿੱਦਾਂ ਵੈਨਕੂਵਰ ਸਾਊਥ ਹੋਈ, ਇਹ ਪੱਕੇ ਤੌਰ ਤੇ ਪੱਕਾ ਹੀ ਆ, ਉਹਨਾਂ ਦਾ ਪਤਾ ਹੀ ਆ ਵੀ ਇਹ ਲਿਬਰਲ ਨੇ ਜਿੱਤਣੀ। NDP ਦੀ ਇੱਥੋਂ ਨਿਊਟਨ ਦੀ ਸੀਟ ਜਿਹੜੀ ਜਿੱਤਣੀ ਹੈ, ਕੋਈ ਵੀ ਬੰਦਾ ਖੜਾ ਕਰ ਦੋ, ਚਾਹੇ ਨਾ ਵੀ ਬੰਦਾ ਖੜਾ ਕਰੋ, ਉਹ ਪਾਰਟੀ ਨੇ ਜਿੱਤ ਜਾਣਾ ਜੀ। ਤੇ ਜਿਹੜੀਆਂ ਜਿਹਨਾਂ ਨੂੰ ਥੋੜਾ ਜਿਹਾ ਖਤਰਾ ਆ, ਉਹ ਫਿਰ ਕਹਿੰਦੇ ਹੁੰਦੇ ਵੀ ਚੂਹੇ ਪਹਿਲਾਂ ਸ਼ਿਪ ਛੱਡ ਕੇ ਨੱਠਦੇ ਜੀ, ਤਾਂ ਇਹਨਾਂ ਦੇ ਵਿੱਚੋਂ ਇੱਕ ਚੂਹੀ ਇਹ ਵੀ ਹੈ ਜਿਹੜੀ ਛੱਡਣ ਲੱਗੀ ਹੈ ਜੀ। ਇਹ ਤੁਸੀਂ ਕਦੇ ਨਾਂ ਸੁਣਿਆ ਰੂਬੀ ਸੋਤਾ ਦਾ? ਮਤਲਬ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਕਿਸੇ ਇਹਨੇ ਕਦੇ ਕੁਝ ਕਿਹਾ ਹੋਵੇ ਉੱਥੇ ਹਾਊਸ ਆਫ ਕਾਮਨ ਦੇ ਵਿੱਚ? ਬਿਲਕੁਲ ਵੀ ਨਹੀਂ ਡਾਕਟਰ ਸਾਹਿਬ, ਮੈਂ ਤਾਂ ਕਦੇ ਨਹੀਂ ਸੁਣਿਆ। ਕੋਈ ਪ੍ਰਪੋਜ਼ਲ ਦਿਓ, ਕੋਈ ਬਹਿਸ ਤੇ ਗੱਲ ਕਰੋ, ਜਿਹੜਾ ਮੀਡੀਆ ਤੁਹਾਨੂੰ ਕੋਟ ਕਰੇ ਜੀ, ਤੇ ਇਹ ਉਹਨਾਂ ਦੇ ਵਿੱਚੋਂ ਆ ਜਿਹੜੇ ਚੁੱਪ ਕਰਕੇ, ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਆਪਣਾ ਮੂੰਹ ਇਦਾਂ ਦਾ ਲੈ ਗਏ ਸੀ, ਉਸੇ ਤਰ੍ਹਾਂ ਦਾ ਵਾਪਸ ਲੈ ਕੇ ਆਏ। ਮਤਲਬ ਕਦੇ ਵੀ ਕੁਝ ਬੋਲੇ ਹੀ ਨਹੀਂ, ਕਿਸੇ ਮੁੱਦੇ ਤੇ ਵੀ ਨਹੀਂ ਆਵਾਜ਼ ਉਠਾਈ, ਕਿਸੇ ਵੀ ਮੁੱਦੇ ਤੇ। ਹੁਣ ਬਰੈਂਪਟਨ ਦੇ ਵਿੱਚ ਹੀ ਕਿਉਂ ਆ? ਬਰੈਂਪਟਨ ਦੀ ਇਸ਼ੂ ਆ, ਬਰੈਂਪਟਨ ਦੇ ਵਿੱਚ ਰਹਿੰਦੇ ਵੀ ਆ। ਚਲੋ, ਬਰੈਂਪਟਨ ਦੇ ਵਿੱਚ ਜਿਹੜੇ ਪੈਟਰਿਕ ਬਰਾਊਨ ਹੈ, ਉਹ ਪਹਿਲਾਂ ਉਹਨਾਂ ਨੇ ਪ੍ਰੋਵਿੰਸ਼ੀਅਲ ਅੰਟੇਰੀਓ ਦੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਲੜੀ ਸੀ। ਉਦੋਂ ਉਹਨਾਂ ਦਾ ਸਕੈਂਡਲ ਇੱਕ ਆ ਗਿਆ ਕਿ ਇਹਨਾਂ ਨੇ ਲੋਨ ਲਿਆ, ਜਿੱਦਾਂ ਮੈਂ ਗੱਲ ਕੀਤੀ ਸੀ ਕਿ ਲੋਨ ਅੱਜ ਕੱਲ੍ਹ ਰਿਸ਼ਵਤਖੋਰੀ ਦਾ ਸਾਧਨ ਬਣੇ ਹੋਏ ਆ। ਕਿਸੇ ਪ੍ਰਾਈਵੇਟ ਬੰਦੇ ਤੋਂ ਬਹੁਤ ਵੱਡਾ ਲੋਨ ਲਿਆ ਸੀ ਉਹਨਾਂ ਨੇ, ਤੇ ਉਹ ਇਸ਼ੂ ਬਣ ਗਿਆ ਉੱਥੇ ਉਸ ਵੇਲੇ ਇਲੈਕਸ਼ਨ। ਉਹਨਾਂ ਨੂੰ ਬਾਹਰ ਕੱਢ ਦਿੱਤਾ, ਪ੍ਰੋਵਿੰਸ਼ੀਅਲ ਨੇ ਵੀ ਪਹਿਲਾਂ ਬਾਹਰ ਕੱਢਿਆ, ਹੁਣ ਫੈਡਰਲ ਨੇ ਵੀ ਬਾਹਰ ਕੱਢ ਦਿੱਤਾ। ਤਾਂ ਉਹਨਾਂ ਨੂੰ ਡੈਮੇਜ ਹੋਇਆ ਹੈ, ਜੇ ਲੋਕੀ ਸਮਝਦੇ ਆ ਡੈਮੇਜ ਵੀ ਇਹ ਇਹਨਾਂ ਡੈਮੇਜ ਹੋ ਜਾਂਦਾ। ਤੇ ਹੁਣ ਰੂਬੀ ਸੋਤਾ ਨੇ ਸੋਚਿਆ ਕਿ ਸ਼ਾਇਦ ਮੇਰਾ ਵੀ ਸੂਤ ਲੱਗ ਜਾਵੇ। ਹੁਣ ਇਹ ਪਤਾ ਲੱਗੂ ਅੱਗੇ ਜਾ ਕੇ। ਅੱਗੇ ਉੱਥੇ ਗੋਸਲ ਸਾਹਿਬ ਪਿਛਲੀ ਵਾਰ ਲੜੇ ਸੀ, ਉਹ ਵੀ ਮਿਨਿਸਟਰ ਹੀ ਹੁੰਦੇ, ਉਹ ਤਾਂ ਮਿਨਿਸਟਰ ਹੁੰਦੇ ਜੀ, ਤਾਂ ਸਿਰਫ MP ਆ ਨਾ। ਹਾਂਜੀ, ਉਹ ਫੈਡਰਲ ਮਿਨਿਸਟਰ ਰਹੇ ਆ ਹਾਰਪਰ ਦੇ ਵੇਲੇ। ਗੋਸਲ ਸਾਹਿਬ ਨੇ ਮੇਅਰ ਦੀ ਚੋਣ ਲੜੀ, ਤਾਂ ਮੇਰਾ ਖਿਆਲੋਂ 3 ਜਾਂ 4% ਵੋਟ ਮਿਲੀ। ਆਕੜ ਜਿਹੜੀ ਸੀ ਉਹ ਥੱਲੇ ਆ ਗਈ ਇੱਕਦਮ। ਕਈ ਵਾਰੀ ਦਿਮਾਗ ਨਾਲ ਦੇ ਖਰਾਬ ਕਰ ਦਿੰਦੇ ਆ ਤੁਹਾਡੇ। ਹਾਂਜੀ, ਜਿਹੜੇ ਆ ਕੇ ਮੁਰਗੇ ਖਾਂਦੇ ਨਾ ਰੋਜ਼ ਤੁਹਾਡੇ ਤੋਂ, ਉਹ ਦਿਮਾਗ ਖਰਾਬ ਕਰ ਦਿੰਦੇ ਆ। ਅਗਲੇ ਨੂੰ ਏਦਾਂ ਮਹਿਸੂਸ ਕਰਨ ਲਾ ਦੇਣਾ ਵੀ ਤੇਰੇ ਵਰਗਾ ਤਾਂ ਦੁਨੀਆ 'ਚ ਬੰਦਾ ਹੀ ਹੈ ਨਹੀਂ। ਹਾਂਜੀ, ਜਿੱਧਰ ਵੀ ਤੂੰ ਜਾ ਕੇ ਮਜ਼ਦੂਰੀ 'ਚ ਵੀ ਖੜ ਜਾ, ਮਜ਼ਦੂਰੀ 'ਚ ਹੀ ਜਿੱਤ ਜਾਣਾ ਜੀ। ਜਿੱਤੀ ਤਾਂ ਉਹ ਹੈਗੀ ਆ ਵੇਵਸ ਦੇ ਵਿੱਚ। ਹਾਂਜੀ, ਇਹ ਸੋਚ ਲੈਣਾ ਚਾਹੀਦਾ, ਸ਼ੀਸ਼ੇ ਮੂਹਰੇ ਖੜ ਕੇ ਦੇਖਣਾ ਹਰੇਕ ਕੈਂਡੀਡੇਟ ਨੂੰ ਕਿ ਵੇਵਸ ਦੇ ਵਿੱਚ ਮੈਂ ਜਿੱਤਿਆ, ਪਾਰਟੀ ਦਾ ਕਰਕੇ ਜਿੱਤਿਆ। ਤੇ ਹੁਣ ਪਾਰਟੀ ਨੇ ਹਾਰ ਜਾਣਾ ਕਰਕੇ ਤਾਂ ਮੈਂ ਨੱਠਾ ਫਿਰਦਾ ਜੀ। ਤਾਂ ਉਹ ਜ਼ਰੂਰੀ ਨਹੀਂ ਕਿ ਉਹਨਾਂ ਨੇ ਮੇਅਰ ਬਣ ਜਾਣਾ ਜਾਂ ਨਹੀਂ। ਹੁਣ ਇੱਥੇ ਵੈਨਕੂਵਰ ਦੇ ਦੇਖ ਲਓ, ਵੈਨਕੂਵਰ ਦੇ ਵਿੱਚ ਮੇਅਰ ਕੈਨੇਡੀ ਦੇ ਖਿਲਾਫ 4 ਬੰਦੇ ਖੜ ਗਏ। ਉਹ ਇਸ ਕਰਕੇ ਖੜ ਗਏ ਕਿ ਉਹਨਾਂ ਦੇ ਪੋਜ਼ ਤੇ ਕਹਿ ਰਹੇ ਸੀ ਕਿ ਜੀ ਇਹਨਾਂ ਨੇ ਟੈਕਸ ਬੜੇ ਵਧਾਏ ਆ, ਇਹਨਾਂ ਦੀ ਪੁਲਿਸ ਫੋਰਸ ਨੇ ਠੀਕ ਕੰਮ ਕਰਦੀ। ਜਿਹੜੇ ਵੀ ਤੁਸੀਂ ਕਹਿਣਾ ਮਿਊਨਿਸਪਲ ਇਲੈਕਸ਼ਨ ਤੇ ਇਸ਼ੂਜ਼ ਹੁੰਦੀਆਂ, ਉਹ ਸਾਰੀਆਂ ਤੇ ਉਹਨਾਂ ਦੇ ਮਾਰਕਸ ਘੱਟ ਆ।
ਪਰ ਖੁਸ਼ਕਿਸਮਤੀ ਦੀ ਗੱਲ ਉਹਨਾਂ ਦੀ ਇਹ ਹੋ ਗਈ ਕਿ 4 ਕੈਂਡੀਡੇਟ ਹੋਰ ਆ ਗਏ ਤੇ ਉਹਨਾਂ ਨੇ ਵੋਟਾਂ ਵੰਡ ਦੇਣੀਆਂ। ਹਾਂਜੀ। ਤੇ ਇਸ ਵੇਲੇ ਤੁਸੀਂ ਕਹਿ ਸਕਦੇ ਹੋ ਡੈਫੀਨਿਟਲੀ ਕਿ ਮੇਅਰ ਕੈਨੇਡੀ ਨੇ ਫੇਰ ਜਿੱਤ ਜਾਣਾ ਜੀ। ਜੇ ਤੁਸੀਂ ਅੱਜ ਤੋਂ 4 ਮਹੀਨੇ ਪਹਿਲਾਂ ਕਹਿੰਦੇ ਤਾਂ ਪਤਾ ਨਹੀਂ ਸੀ, ਪਰ ਹੁਣ ਜ਼ਰੂਰ ਜਿੱਤ ਜਾਣਾ। ਵੋਟਾਂ ਤਾਂ ਵੰਡੀਆਂ ਗਈਆਂ ਨੇ। ਵੰਡੀਆਂ ਗਈਆਂ। ਇੱਥੇ ਸਰੀ ਦੇ ਵਿੱਚ ਵੀ ਜਿਹੜੇ ਲੋਕੀ ਸੋਚਦੇ ਆ ਕਿ ਮੇਅਰ ਡਗ ਮਕੈਲਮ ਤੇ ਇੱਕ ਚਾਰਜ ਲੱਗ ਗਿਆ, ਝੂਠ ਤਾਂ ਸਾਰੇ ਹੀ ਬੋਲਦੇ ਆ। ਚਲੋ ਉਹ ਫੜੇ ਗਏ ਆ, ਉਹਨਾਂ ਦੀ ਇਹ ਝੂਠ ਬੋਲਿਆ। ਝੂਠ ਇਹ ਨਹੀਂ ਹੈ ਵੀ ਬਾਕੀ ਦੇ ਨਹੀਂ ਬੋਲਦੇ। ਉਹਨਾਂ ਨੇ ਜਿਹੜਾ ਜਿਸ ਤਰੀਕੇ ਨਾਲ ਉਹਨਾਂ ਨੇ ਝੂਠ ਬੋਲਿਆ, ਜਦੋਂ ਤਾਂ ਸ਼ਰੇਆਮ ਹੀ ਬੋਲਿਆ ਨਾ। ਹਾਂਜੀ। ਕੈਮਰਿਆਂ ਦੇ ਮੂਹਰੇ ਬੋਲਿਆ। ਉੱਥੇ ਸੀਸੀਟੀਵੀ ਕੈਮਰਾ ਲੱਗੇ ਆ ਤੇ ਉਹ ਬੱਚਿਆਂ ਵਾਲਾ ਝੂਠ ਸੀ ਵੀ ਮੇਰੇ ਲੱਤਾਂ ਮਾਰਦਾ ਇਹ ਬਾਹਰ ਖੜਾ, ਉਹ ਭਾਵੇਂ 500 ਮੀਟਰ ਪਰੇ ਖੜਾ ਹੋਵੇ। ਪਰ ਸਟੋਰੀ ਤਾਂ ਉਹਨਾਂ ਨੇ ਬਹੁਤ ਕਨਵਿੰਸਿੰਗ ਬਣਾ ਲਈ ਸੀ ਜੇ ਫੜੇ ਨਾ ਜਾਂਦੇ ਤਾਂ। ਪਰ ਜਿਹੜੀ ਨੰਬਰਾਂ ਦੀ ਗੇਮ ਤੁਸੀਂ ਦੇਖੋ, 2018 ਦੇ ਵਿੱਚ ਸਰੀ ਦੇ ਵਿੱਚ 3,22,000 ਵੋਟਰ ਰਜਿਸਟਰਡ ਸੀ। ਚਲੋ ਹੁਣ ਤੁਸੀਂ 4 ਸਾਲ ਹੋ ਗਏ। ਹਾਂਜੀ। ਤੇ ਤਕਰੀਬਨ ਸਾਲ ਦੇ 2% ਵੀ ਵਾਧੂ ਲਾਉਨੇ ਆ ਤਾਂ 3,30,000 ਹੋ ਗਏ ਹੁਣ। ਮੇਰੇ ਕੋਲ ਅਜੇ ਲੇਟੈਸਟ ਡੇਟਾ ਤਾਂ ਨਹੀਂ ਹੈ, ਪਰ 3,30,000 ਤੋਂ ਜ਼ਿਆਦਾ ਨਹੀਂ ਹੋਣੇ। 3,30,000 ਦੇ ਵਿੱਚੋਂ ਤੀਜਾ ਹਿੱਸਾ ਨੇ ਆਉਣਾ ਆ ਵੋਟ ਪਾਉਣ, ਜਿੰਨਾ ਮਰਜ਼ੀ ਜ਼ੋਰ ਲਾ ਲੈਣ। ਸਰੀ ਦੇ 2 ਵੋਟਰ, 3 ਦੇ ਵਿੱਚੋਂ 2 ਵੋਟਰ ਘਰੇ ਹੀ ਬੈਠੇ ਹੋਣਗੇ ਰੇਡੀਓ ਪ੍ਰੋਗਰਾਮ ਸੁਣਨ ਲਈ। ਹਾਂਜੀ। ਤੇ ਇੱਕ ਉਹਨਾਂ ਚੋਂ 33% 34% ਜਿਹੜੇ ਵੋਟ ਪਾਉਣਗੇ। ਇਹਦਾ ਮਤਲਬ 1 ਲੱਖ ਕੋਈ 10,000 ਵੋਟ ਪਾਉਗੀ। 1,10,000 ਵੋਟ ਚੋਂ ਅੱਜ ਕੱਲ੍ਹ ਜਿੱਦਾਂ ਹੁਣ 5 ਸਲੇਟਾਂ ਹੋ ਗਈਆਂ ਇੱਥੇ, ਤੇ ਤੁਹਾਨੂੰ ਸਿਰਫ ਤੇ ਸਿਰਫ ਹੋ ਸਕਦਾ 25% ਨਾਲ ਵੀ ਜਿੱਤ ਜਾਓਗੇ, ਪਰ ਇਹ ਤਾਂ ਹੋ ਸਕਦਾ ਨਾ। ਹਾਂਜੀ। ਪਰ ਜੇ ਕੋਈ 27-28% ਵੀ ਲੈ ਜਾਵੇ ਤਾਂ ਉਹ ਜਿੱਤ ਸਕਦਾ ਇਸ ਵੇਲੇ। ਪਿਛਲੀ ਵਾਰੀ ਮੇਅਰ ਡਗ ਮਕੈਲਮ ਨੂੰ ਜਿੰਨੀਆਂ ਵੋਟਾਂ ਪਈਆਂ ਸੀ ਉਹਨਾਂ ਦੇ ਵਿੱਚੋਂ 41% ਪਈ ਸੀ। ਉਦੋਂ 3 ਸਲੇਟਾਂ ਸੀ ਇਹਨਾਂ ਦੀ। ਹਾਂਜੀ। ਹੁਣ 5 ਆ ਜੀ। ਤੇ ਅਜੇ ਵੀ ਉਹਨਾਂ ਦੇ ਕੋਲ ਆਪਣਾ ਵੈਸੇ ਸਪੋਰਟ ਗਰੁੱਪ ਹੈਗਾ ਆ। ਜਿਹੜੇ ਲੋਕੀ ਇਹ ਸੋਚਦੇ ਆ ਨਾ ਉਹਨਾਂ ਦਾ ਸਪੋਰਟ ਸਾਰੀ ਜਾਂਦੀ ਲੱਗੀ ਆ, ਉਹ ਸੁਪਨੇ ਲੈ ਰਹੇ। ਸਾਰਿਆਂ ਦੇ ਕੋਲ ਆਪਣਾ ਆਪਣੀ ਦੇਖਣੀ ਪੈਣੀ ਹੈ ਕਿ ਟੀਮ ਕਿਹਦੇ ਕੋਲ ਬਹੁਤ ਵੱਡੀ ਤਕੜੀ ਹੈ, ਜਿਹੜੀ ਕਿ ਵੋਟਰਾਂ ਨੂੰ ਉੱਥੇ ਲਿਜਾਵੇ। ਹੁਣ ਇੱਥੇ ਜਿੱਤਣ ਨੂੰ ਜੇ ਤੁਸੀਂ 28% 30% ਲੈਣੀ ਹੋ, 30% ਦੇ ਨਾਲ ਲਾਜ਼ਮੀ ਜਿੱਤ ਹੋਊਗੀ। 28-29 ਦੇ ਨਾਲ ਹੋ ਸਕਦਾ ਤੁਸੀਂ ਉਹਨਾਂ ਵੀ ਜਿੱਤ ਜਾਓਗੇ। ਇਹਦਾ ਮਤਲਬ ਹੈ ਤੁਹਾਨੂੰ 34 ਜਾਂ 35,000 ਵੋਟ ਦੀ ਲੋੜ ਹੈ। ਹਾਂਜੀ। 34-35,000 ਵੋਟ ਜਿਹੜੇ ਗਿੱਜੇ ਆ ਨਾ ਨੋਮੀਨੇਸ਼ਨ ਜਿੱਤਣ, ਉਹਦਾ ਤਾਂ ਇਹਦਾ ਬਹੁਤ ਫਰਕ ਆ। ਨੋਮੀਨੇਸ਼ਨ ਦੇ ਵਿੱਚ ਤਾਂ ਤੁਸੀਂ ਲੈ ਆਉਨੇ ਆ ਬੰਦੇ, ਸਟੂਡੈਂਟ ਲੈ ਆਉਨੇ ਆ, ਵਰਕ ਪਰਮਿਟ ਵਾਲੇ ਬੰਦਿਆਂ ਨੂੰ ਲੈ ਆਉਨੇ ਆ, PR ਬੰਦਿਆਂ ਨੂੰ ਲੈ ਆਉਨੇ, ਪਰ ਵੋਟ ਤਾਂ ਉਹੀ ਪਾ ਸਕਦਾ ਜਿਹੜਾ ਇੱਥੇ ਦਾ ਸਿਟੀਜ਼ਨ ਹੈ। ਹਾਂਜੀ, ਬਿਲਕੁਲ। ਇਹਨਾਂ ਚੋਂ 34-35,000 ਲਿਜਾਣਾ ਬੜਾ ਔਖਾ ਹੁੰਦਾ। ਬਹੁਤ ਮੁਸ਼ਕਲ ਹੈ ਨਾ। ਹਾਂਜੀ। ਇਹਦਾ ਮਤਲਬ ਤੁਸੀਂ ਵੱਧ ਤੋਂ ਵੱਧ ਬਹੁਤ ਜ਼ੋਰ ਲਾ ਲਓਗੇ ਤੇ 5-6,000 ਜਿਹੜੀ ਬਹੁਤ ਹੀ ਵਧੀਆ ਟੀਮ ਹੋਊਗੀ, 5 ਤੋਂ 6,000 ਸਿਟੀਜ਼ਨ ਤੁਸੀਂ ਕੱਢ ਸਕਦੇ। ਹਾਂਜੀ। ਬਾਕੀ ਦਾ 30,000 ਤਾਂ ਆਪਣੇ ਆਪ ਹੀ ਆਊਗਾ ਨਾ। ਉਹ ਆਪਣੇ ਆਪ ਕਿੱਦਾਂ ਆਊਗਾ? ਉਹ ਤਾਂ ਹੀ ਆਊਗਾ ਜੇ ਤੁਸੀਂ ਸਿਰ ਕੱਢ ਕੇ ਦੂਸਰਿਆਂ ਨਾਲ ਖੜੇ ਆ ਕਿ ਮੇਰੀਆਂ ਪਾਲਿਸੀਜ਼ ਵਧੀਆ ਆ, ਮੇਰਾ ਕੈਂਪੇਨ ਵਧੀਆ ਆ, ਮੇਰੇ ਤੇ ਕੋਈ ਸਕੈਂਡਲ ਨਹੀਂ ਆਇਆ। ਹੁਣ ਸਕੈਂਡਲ ਸ਼ੁਰੂ ਹੋਣੇ ਆ ਇੱਥੇ ਸਰੀ ਦੇ ਵਿੱਚ, ਜਿਹੜੇ ਬਾਹਰੋਂ ਆ ਕੇ ਕੈਂਡੀਡੇਟ ਆਏ ਆ ਨਾ। ਹਾਂਜੀ। ਕਈਆਂ ਨੇ ਤਾਂ ਇੱਥੇ ਐਡਰੈਸ ਬਦਲੇ ਆ। ਹਾਂਜੀ। ਰਿਸ਼ਤੇਦਾਰਾਂ ਦੇ ਐਡਰੈਸ ਤੇ, ਪਰ ਉਹਨਾਂ ਦਾ ਪਤਾ ਤਾਂ ਹੈ ਨਾ। ਪਤਾ ਤਾਂ ਸਾਰਾ ਕੁਝ ਹੁੰਦਾ ਡਾਕਟਰ ਸਾਹਿਬ, ਸਾਰਿਆਂ ਨੂੰ ਪਤਾ। ਹਾਂਜੀ। ਇੱਕ ਰਿਪੋਰਟਰ ਮੈਨੂੰ ਪੁੱਛਦਾ ਸੀ, ਕਹਿੰਦਾ ਯਾਰ ਜਿੰਨੇ ਪੰਜਾਬੀ ਬੰਦੇ ਆ ਇਹਨਾਂ ਦੇ ਐਡਰੈਸ ਤਾਂ ਵੈਰੀਫਾਈ ਕਰੀ, ਤੇ ਉਹਨਾਂ ਦੇ ਪੰਜਾਬੀ ਜਿਹੜੇ ਹੈਗੇ, ਜਿਹੜੇ ਅੱਜ ਤਾਈਂ ਅਨਾਉਂਸ ਕਰ ਚੁੱਕੇ ਆ, ਉਹਨਾਂ ਦੇ ਵਿੱਚੋਂ ਵੀ ਕੈਂਡੀਡੇਟ ਹੈ ਜਿਹੜੇ ਇੱਥੇ ਸਰੀ ਦੇ ਵਿੱਚ ਨਹੀਂ ਰਹਿੰਦੇ। ਡਾਕਟਰ ਸਾਹਿਬ ਦੇਖੋ ਤੁਸੀਂ, ਉਹ ਇਸ ਸ਼ਹਿਰ ਦੇ ਵਿੱਚ ਰਹਿੰਦੇ ਨਹੀਂ ਹੈਗੇ ਤੇ ਇੱਥੇ ਆ ਕੇ ਉਹ ਚੋਣ ਲੜਨਾ ਚਾਹੁੰਦੇ ਆ। ਉਹਨਾਂ ਦਾ ਇੰਟਰਸਟ ਦੇਖ ਲਓ। ਉਹਨਾਂ ਨੂੰ ਕੀ ਪਤਾ ਕਿ ਅਸੀਂ ਕਿਹੜੀਆਂ ਪ੍ਰੋਬਲਮਸ ਚੋਂ ਲੰਘਦੇ ਆ। ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਉਹ ਤਾਂ ਹੈਗੀ ਮੇਅਰ ਦੇ ਕੈਂਡੀਡੇਟ ਦੀ ਜੀ। ਉਹਨਾਂ ਦੇ ਨਾਲ ਲੜ ਰਹੇ ਨਾ ਇਲੈਕਸ਼ਨ, ਜਿਹੜਾ ਭਾਂਡਾ ਫੁੱਟਣਾ ਉਹਨਾਂ ਦੇ ਸਿਰ ਤੇ ਫੁੱਟਣਾ। ਹਾਂਜੀ। ਅੱਜ ਨਾ ਫੁੱਟੂਗਾ
ਜਾਣ ਬੁੱਝ ਕੇ ਕਿਸੇ ਨੇ ਕੋਈ ਖਬਰ ਨਹੀਂ ਦੇਣੀ। ਇਹ ਜਦੋਂ ਇਲੈਕਸ਼ਨ ਹੋਣੀ ਹੈ ਜਿਸ ਦਿਨ, ਉਸ ਤੋਂ 24 ਘੰਟੇ ਪਹਿਲਾਂ ਇਹ ਜਾਂ 48 ਘੰਟੇ ਪਹਿਲਾਂ ਇਹ ਖਬਰ ਪਾ ਦਿਓ ਤੁਸੀਂ, ਬਾਅਦ 'ਚ ਜੋ ਮਰਜ਼ੀ ਹੁੰਦਾ ਫਿਰ। ਹਾਂਜੀ, ਉਹ 48 ਘੰਟਿਆਂ ਦੇ ਵਿੱਚ ਲੋਕਾਂ ਦੀ ਪੂਰੀ ਟੈਨਸ਼ਨ ਹੁੰਦੀ ਹੈ ਜੀ ਬਿਲਕੁਲ। ਉਦੋਂ ਉਹ ਦੇਖਦੇ ਆ, ਤੇ ਉਸ ਵੇਲੇ ਇਹ ਖਬਰ ਪਾਉਣੀ ਕਿ ਆਹ ਬੰਦਾ ਬਾਹਰੋਂ ਆਇਆ ਇਸ ਮੇਅਰ ਦੇ ਨਾਲ ਲੜਿਆ, ਹਾਂਜੀ, ਤੇ ਉਸ ਵੇਲੇ ਉਹਦੀਆਂ ਵੋਟਾਂ ਘਟ ਜਾਣੀਆਂ। ਜਿਹੜੇ 5 ਕੈਂਡੀਡੇਟਾਂ ਦੇ ਵਿੱਚ ਇਹ ਗੱਲਾਂ ਬਹੁਤ ਮਹੱਤਵਪੂਰਨ ਆ, ਕਿਉਂਕਿ ਮਾੜੀ ਜਿਹੜੀ ਖਬਰ ਤੁਹਾਡੇ ਪ੍ਰਤੀ ਆਉਣੀ ਆ ਨਾ, ਉਹਦੇ ਨਾਲ ਸਾਡੀਆਂ ਜਿਹੜੀਆਂ ਵੋਟਾਂ ਜ਼ਿਆਦੀਆਂ ਜਾਂਦੀਆਂ ਲੱਗਣੀਆਂ, ਆਉਣੀਆਂ ਘੱਟ ਆ। ਹਾਂਜੀ, ਨਾਲੇ ਜਿਹੜਾ ਬਾਹਰੋਂ ਬੰਦਾ ਆਇਆ ਉਹਨੂੰ ਬੰਦੇ ਕਿੰਨੇ ਕੁ ਜਾਣਦੇ ਆ ਸਰੀ ਦੇ ਵਿੱਚ, ਜੀ ਇਹ ਵੀ ਸੋਚ ਲਓ ਤੁਸੀਂ। ਜੀ, ਵੱਡਾ ਸਵਾਲ ਇਹੀ ਆ। ਸਰੀ ਦੇ ਵਿੱਚੋਂ ਜੇ ਤੁਸੀਂ ਦੇਖਦੇ ਆ ਮੇਅਰ ਦੇ ਕੈਂਡੀਡੇਟ ਸੀ, ਸਭ ਤੋਂ ਪਹਿਲਾਂ ਤਾਂ ਲੋਕਾਂ ਨੇ ਵੋਟਾਂ ਪਾਉਣੀਆਂ ਜਿਹੜੇ ਸਿਟਿੰਗ ਮੇਅਰਸ ਆ, ਉਹਨਾਂ ਦੇ ਨਾਂ, ਸਿਟਿੰਗ ਕਾਉਂਸਲਰ ਆ ਸੌਰੀ, ਉਹਨਾਂ ਦਾ ਨਾਂ ਤਾਂ ਹੈ ਨਾ। ਹਰੇਕ ਹਫ਼ਤੇ ਉਹ ਕਿਤੇ ਰੀਬਨ ਕੱਟਣ ਜਾਂਦੇ ਆ, ਜੀ ਕਿਸੇ ਦੇ ਵਿਆਹ ਤੇ ਜਾਂਦੇ ਆ, ਕੋਈ ਅਨਾਉਂਸਮੈਂਟ ਕਰਨ ਜਾਂਦੇ ਆ, ਨਾ ਨੇਮ ਰੈਕਗਨੀਸ਼ਨ ਤਾਂ ਹੈ ਨਾ ਉਹਨਾਂ ਦੀ। ਹਾਂਜੀ, ਅੱਛਾ, ਫਿਰ ਅਜੇ ਤਾਈਂ ਟੌਮ ਗਿੱਲ ਨੇ ਐਲਾਨ ਨਹੀਂ ਕੀਤਾ, ਨਾਂ ਤਾਂ ਜਾਣਦੇ ਆ ਲੋਕੀ ਨਾ। ਹਾਂਜੀ, ਜੇ ਉਹ ਕਾਉਂਸਲਰ ਲਈ ਜਾਂ ਮੇਅਰ ਲਈ ਲੜਨਾ ਹੋਵੇ, ਨਾਂ ਤਾਂ ਜਾਣਦੇ ਆ। ਪਿਛਲੀ ਵਾਰੀ ਉਹਨਾਂ ਨੇ ਮੇਅਰ ਦੀ ਇਲੈਕਸ਼ਨ ਲੜੀ ਹੈ, ਐਤਕੀ ਪਤਾ ਨਹੀਂ ਕੀ ਕਰਨਾ ਉਹਨਾਂ ਨੇ। ਹਾਂਜੀ, ਪਰ ਜੇ ਇਦਾਂ ਦਾ ਕੈਂਡੀਡੇਟ ਆਉਂਦਾ ਤਾਂ ਫਿਰ ਨੇਮ ਰੈਕਗਨੀਸ਼ਨ ਤਾਂ ਹੈ ਨਾ ਉਹਦੀ। ਜੀ ਬਿਲਕੁਲ। ਦੂਸਰਿਆਂ ਦੀ ਜਿਨ੍ਹਾਂ ਦੀ ਨੇਮ ਰੈਕਗਨੀਸ਼ਨ ਉਹਨਾਂ ਦੀ ਸਟੇਟ ਤੇ ਵੀ ਹੈ ਨਹੀਂ, ਉਹਨਾਂ ਦਾ ਤਾਂ ਜਿਹੜੇ 70-75 ਕੈਂਡੀਡੇਟ ਆ, ਤਾਂ ਇਹਨਾਂ ਦਾ ਹੋ ਸਕਦਾ 68ਵਾਂ ਨੰਬਰ ਹੋਵੇ। ਹਾਂਜੀ, ਹੋ ਸਕਦਾ 69, ਹੋ ਸਕਦਾ ਬਿਲਕੁਲ ਥੱਲੇ ਹੋਵੇ। ਫਿਰ ਕਹਿਣਗੇ ਕਿ ਮੈਂ ਥੱਲਿਓਂ ਪਹਿਲਾਂ ਆਇਆ ਸੀ। ਹਾਂਜੀ, ਇਦਾਂ ਦੇ ਵੀ ਹੈਗੇ ਆ। ਹਾਂਜੀ, ਹਾਂਜੀ, ਕਾਉਂਸਲਰ ਕਈ ਇਦਾਂ ਵੀ ਬਣੇ ਆ ਜਿਨ੍ਹਾਂ ਨੇ ਕਹਿਣਾ ਕਿ ਮੈਂ ਥੱਲਿਓਂ ਪਹਿਲਾਂ ਆਇਆ ਸੀ। ਹਾਂਜੀ, ਤੇ ਬਾਕੀ ਦੇਖਦੇ ਆ, ਅਜੇ 3 ਮਹੀਨੇ ਰਹਿ ਚੁੱਕੇ। ਕੋਈ ਵੈਸੇ ਵੀ ਡਾਕਟਰ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਕੁਝ ਸਾਹਮਣੇ ਆਉਣਾ, ਜਿਵੇਂ ਤੁਸੀਂ ਦੱਸਿਆ ਕਿ ਹਜੇ ਟੌਮ ਗਿੱਲ ਨੂੰ ਵੈਸੇ ਸਾਰੇ ਜਾਣਦੇ ਆ, ਬਟ ਉਹਨਾਂ ਦੀ ਹਜੇ ਕੋਈ ਅਨਾਉਂਸਮੈਂਟ ਸਾਹਮਣੇ ਆਈ ਨਹੀਂ, ਦੇਖਦੇ ਆ। ਅਜੇ ਲੋਕੀ ਸੁਣਦੇ ਵੀ ਨਹੀਂ। ਵੈਸੇ ਉਹਨਾਂ ਨੇ ਗੱਲ ਠੀਕ ਕੀਤੀ ਹੈ, ਮੇਰਾ ਖਿਆਲ ਉਹ ਅਸਲੀ ਪੋਲੀਟੀਸ਼ੀਅਨ ਆ। ਸਤੰਬਰ ਦੇ ਜਦੋਂ ਲੇਬਰ ਡੇ ਵੀਕਐਂਡ ਆਉਂਦਾ ਨਾ, ਉਸ ਤੋਂ ਬਾਅਦ ਲੋਕੀ ਧਿਆਨ ਦੇਣਾ ਸ਼ੁਰੂ ਕਰਦੇ। ਹਾਂਜੀ, ਜ਼ਰੂਰੀ ਨਹੀਂ ਕਿ ਸਾਰੇ ਲੋਕੀ ਸੁਣਦੇ ਹੋਣ, ਥੋੜੇ ਥੋੜੇ ਲੋਕੀ ਜਿਹੜੇ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਹਿੱਸਾ ਲੈਣਾ ਆ, ਉਹਨਾਂ ਨੇ ਉਸ ਵੇਲੇ ਸ਼ੁਰੂ ਕਰਨਾ। ਇਸ ਵੇਲੇ ਤਾਂ ਲੋਕੀ ਛੁੱਟੀਆਂ ਤੇ ਤੁਰੇ ਫਿਰਦੇ ਆ ਜੀ। ਤੁਸੀਂ ਜੇ ਤੁਸੀਂ ਅਨਾਉਂਸਮੈਂਟ ਕਰਨੀ ਆ ਤਾਂ ਤੁਹਾਨੂੰ ਐਡਵਾਂਟੇਜ ਇਹ ਆ ਕਿ ਐਨੀ ਦਿਨੀ ਲੋਕੀ ਵਿਹਲੇ ਆ, ਤੁਸੀਂ ਬਾਰਬੀਕਿਊ ਕਰ ਸਕਦੇ। ਹਾਂਜੀ, ਲੋਕਾਂ ਨੂੰ ਮੁਰਗਾ ਖਿਲਾ ਸਕਦੇ। ਹਾਂਜੀ, ਬਿਲਕੁਲ। ਤੇ ਮੁਰਗਾ ਖਾਣਾ ਜਿਹੜੇ ਆਏ ਹੁੰਦੇ ਉਹਨਾਂ ਨੇ ਵੋਟ ਨਹੀਂ ਪਾਉਣੀ। ਇੱਥੇ ਤੁਸੀਂ ਡਾਕਟਰ ਸਾਹਿਬ ਬਿਲਕੁਲ ਸਹੀ ਕਿਹਾ ਕਿ ਮੁਰਗਾ ਖਾਣ ਵਾਲੇ ਕਦੇ ਵੋਟ ਨਹੀਂ ਪਾਉਂਦੇ ਹੁੰਦੇ। ਯੂਕਰੇਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਵੈਸਟਰਨ ਬੈਂਕਸ ਦੇ ਖਿਲਾਫ ਵਾਰ ਕ੍ਰਾਈਮ ਚਾਰਜਿਸ ਲੱਗਣੇ ਚਾਹੀਦੇ ਆ। ਜ਼ੈਲੈਂਸਕੀ ਦੇ ਇਕਨੋਮਿਕ ਐਡਵਾਈਜ਼ਰ ਨੇ ਕਿਹਾ ਕਿ ਜਿਹੜੇ ਵੈਸਟਰਨ ਬੈਂਕਸ ਹੈਗੇ ਆ, ਉਹ ਅਸਿੱਧੇ ਤੌਰ ਤੇ ਰਸ਼ੀਅਨ ਸਟੇਟਸ ਨੂੰ ਫਾਈਨੈਂਸਿੰਗ ਦੀ ਹੈਲਪ ਕਰ ਰਹੇ ਆ। ਤੁਸੀਂ ਇਸ ਖਬਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਡਾਕਟਰ ਸਾਹਿਬ? ਦੇਖੋ, ਪੋਲਿਟਿਕਸ ਦੇ ਵਿੱਚ ਕਹਿੰਦੇ ਹੁੰਦੇ ਆ, ਸਟੇਟਸ ਕ੍ਰਾਫਟ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਤੁਸੀਂ ਘੱਟ ਤੋਂ ਘੱਟ ਦੁਸ਼ਮਣ ਬਣਾਓ। ਜੇ ਤੁਹਾਡੇ ਦੁਸ਼ਮਣ ਹੈਗੇ ਵੀ ਆ, ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਕਮ ਸੇ ਕਮ ਉਹ ਸਿੱਧੇ ਤੌਰ ਤੇ ਦੁਸ਼ਮਣ ਨਾ ਬਣਨ। ਤੁਹਾਡੇ ਦੁਸ਼ਮਣ ਤਾਂ ਹੈ, ਪਰ ਦੁਸ਼ਮਣ ਤੁਹਾਡੇ ਸਿੱਧੇ ਤੌਰ ਤੇ ਨਾ ਬਣ ਜਾਣ। ਹੁਣ ਜੇ ਤੁਹਾਨੂੰ ਸ਼ੱਕ ਹੋਵੇ ਕਿ ਤੁਹਾਡੇ ਬਾਰੇ ਬੰਦਾ ਕੋਈ ਗਲਤ ਗੱਲਾਂ ਕਰਦਾ, ਆ ਤਾਂ ਸ਼ੱਕ ਹੀ ਆ ਨਾ। ਹਾਂਜੀ, ਉਹ ਤੁਹਾਡੇ ਮੂੰਹ ਦੇ ਪਿੱਛੇ, ਤੁਹਾਡੀ ਪਿੱਠ ਪਿੱਛੇ ਗੱਲਾਂ ਕਰਦਾ। ਜੇ ਤੁਸੀਂ ਉਹਨੂੰ ਜਾ ਕੇ ਸਿੱਧਾ ਹੀ ਕਹੋਗੇ ਤੂੰ ਮੇਰੇ ਖਿਲਾਫ ਬੋਲਣ ਲੱਗਾ ਹੈ, ਉਹ ਅਗਲਾ ਫਿਰ ਕਹਿੰਦਾ ਚੱਲ ਜੇ ਇਹ ਤੈਨੂੰ ਪਤਾ ਲੱਗ ਗਿਆ ਤਾਂ ਹੁਣ ਮੈਂ ਸਿੱਧਾ ਹੀ ਬੋਲ ਲੈਣਾ। ਮਤਲਬ ਦੁਸ਼ਮਣ ਕ੍ਰੀਏਟ ਕਰਨ ਦੀ ਗੱਲ ਕਰਦੇ। ਹਾਂਜੀ, ਦੁਸ਼ਮਣ ਜੇ ਹੋਰ ਬਣਾਉਣੇ ਹੋਣ ਨਾ ਤਾਂ ਫਿਰ ਅਗਲੇ ਦੇ ਮੂੰਹ ਤੇ ਜਾ ਕੇ ਕਹੋ। ਹਾਂਜੀ, ਤੇ ਜ਼ੈਲੈਂਸਕੀ ਸਾਹਿਬ ਨੇ ਇਹ ਫਾਰਮੂਲਾ ਅਪਣਾਇਆ। ਹਰ ਰੋਜ਼ ਉਹ ਕਿਸੇ ਨਾ ਕਿਸੇ ਨੂੰ ਗਾਲਾਂ ਕੱਢਦੇ। ਹਾਂਜੀ, ਹਰ ਰੋਜ਼ ਜਿਹੜੇ ਐਲਆਈਜ਼ ਹੈ ਜਿਨ੍ਹਾਂ ਨੇ ਪੈਸੇ ਦਿੱਤੇ ਆ। ਕੱਲ ਜਿਹੜੀ ਯੂਐਸ ਦੇ ਵਿੱਚ ਟੀਵੀ ਤੇ ਜਿਹੜੀ ਇਹਨਾਂ ਦੀ ਡਿਸਕਸ਼ਨ ਚੱਲ ਰਹੀ ਸੀ, ਉਹ ਫੋਕਸ ਸੀ ਕਿ ਜ਼ੈਲੈਂਸਕੀ ਸਾਨੂੰ ਕਹਿ ਰਿਹਾ ਕਿ ਕੋਵਿਡ ਜਾਂ ਇਨਫਲੇਸ਼ਨ ਬਾਰੇ ਗੱਲ ਨਾ ਕਰੋ, ਸਾਡੀ ਲੜਾਈ ਬਾਰੇ ਕਰੋ। ਹਾਂਜੀ, ਕਹਿੰਦੇ 10 ਲੱਖ ਤੋਂ ਵੱਧ ਤਾਂ ਸਾਡੇ ਬੰਦੇ ਕੋਵਿਡ ਨੇ ਮਾਰ ਦਿੱਤੇ ਕੱਲੇ ਅਮਰੀਕਾ ਦੇ ਵਿੱਚ ਹੀ, ਤੇ ਅਸੀਂ $60 ਬਿਲੀਅਨ ਇਹਨੂੰ ਦਿੱਤੇ ਆ। ਤਾਂ ਇਹ ਸਾਨੂੰ ਲੈਕਚਰ ਦੇਣ ਡਿਆ ਹੈ। ਤੇ ਅੱਜ ਵੀ ਇਹ ਅਮਰੀਕਨ ਬੈਂਕ ਹੈ। ਹਾਂਜੀ, ਅੱਛਾ, ਬੈਂਕਾਂ ਦਾ ਕੰਮ ਕਰੀ ਜਾਂਦੀਆਂ ਹੈ।
ਬਹੁਤ ਦੇਸ਼ ਆ ਜਿਹੜੇ ਅਜੇ ਵੀ ਸੈਂਕਸ਼ਨ ਦੇ ਖਿਲਾਫ ਕੰਮ ਕਰ ਰਹੇ ਆ, ਜਿਨ੍ਹਾਂ ਦੇ ਵਿੱਚ ਅਮਰੀਕਾ ਤੇ ਇਹਨਾਂ ਦੇ ਨਾਲ ਯੂਰਪੀਅਨ ਯੂਨੀਅਨ ਵਾਲੇ ਵੀ ਹੋਏ। ਉਹ ਚੀਜ਼ਾਂ ਲੈਣ ਲਈ ਜਿਹੜੀਆਂ ਇਹਨਾਂ ਨੂੰ ਜ਼ਰੂਰਤ ਆ, ਹਾਂਜੀ, ਤੇ ਉਹ ਬੈਂਕਾਂ ਨੇ ਤਾਂ ਟ੍ਰਾਂਜੈਕਸ਼ਨ ਕਰਨਾ ਹੈ ਤਾਂ ਕਰੀ ਜਾਂਦੇ। ਵਾਰ ਕ੍ਰਾਈਮ ਭਾਈ ਤੂੰ ਕਿੱਥੇ ਕਰ ਲੂੰਗਾ, ਕਿਹੜੀ ਕ੍ਰਿਮੀਨਲ ਕੋਰਟ ਦੇ ਵਿੱਚ ਲੈ ਕੇ ਜਾਊਂਗਾ? ਵਾਰ ਕ੍ਰਾਈਮ ਜਿਹੜਾ ਇਨੀਸ਼ੀਏਟ ਕਰਨਾ ਹੋਵੇ ਸਿਕਿਉਰਿਟੀ ਕਾਉਂਸਲ ਕਰ ਸਕਦੀ ਹੈ, ਤੇ ਸਿਕਿਉਰਿਟੀ ਕਾਉਂਸਲ ਤੇ ਯੂਕਰੇਨ ਵਾਲੇ ਬੈਠੇ ਨੇ। ਹਾਂਜੀ, ਅਮਰੀਕਾ ਵਾਲਿਆਂ ਨੂੰ ਕਹਿਣਗੇ, ਅਮਰੀਕਾ ਵਾਲੇ ਆਪਣੀ ਬੈਂਕ ਦੇ ਖਿਲਾਫ ਵਾਰ ਕ੍ਰਾਈਮ ਸ਼ੁਰੂ ਕਰਨਗੇ। ਅਕਲ ਦੀ ਗੱਲ ਸੋਚਣੀ ਚਾਹੀਦੀ ਆ ਕਿ ਜੇ ਮੈਂ ਕਿਹੜੀ ਗੱਲ ਮੂੰਹ ਦੇ ਵਿੱਚੋਂ ਕੱਢ ਰਿਹਾ ਇਹਦਾ ਮਤਲਬ ਵੀ ਹੈ ਕੁਛ, ਕਿ ਕੱਲਾ ਇਹੀ ਸੋਚਿਆ ਕਿ ਸਵੇਰ ਨੂੰ ਨੀਂਦ ਤਾਂ ਉਹਨੂੰ ਅੱਜ ਕੱਲ ਆਉਂਦੀ ਨਹੀਂ ਲੱਗਦੀ ਮੈਨੂੰ। ਹਾਂਜੀ, ਉਹ ਸਵੇਰ ਨੂੰ ਅਵਾ ਤਵਾ ਬੋਲਦਾ, ਹਰ ਰੋਜ਼ ਉਹਨੇ ਨਵਾਂ ਦੁਸ਼ਮਣ ਪੈਦਾ ਕਰਨਾ ਹੁੰਦਾ। ਹਾਂਜੀ, ਤੇ ਅੱਜ ਬੈਂਕਾਂ ਵੀ ਇਹਨਾਂ ਦੀਆਂ ਹੀ ਅਮਰੀਕਾ ਦੀਆਂ, ਜਿਨ੍ਹਾਂ ਦੇ ਇਹਨਾਂ ਨੂੰ ਵਾਰ ਕ੍ਰਾਈਮਸ ਦੇ ਵਿੱਚ ਲੈ ਕੇ ਜਾਣਾ। ਅੱਛਾ, ਵਾਰ ਕ੍ਰਾਈਮਸ ਨੂੰ ਤੂੰ ਤਾਂ ਲਿਜਾ ਹੀ ਨਹੀਂ ਸਕਦਾ, ਯੂਕਰੇਨ ਵਾਲੇ ਆਪਣੇ ਆਪ ਨਹੀਂ ਲਿਜਾ ਸਕਦੇ, ਭਾਵੇਂ ਇਹ ਅਸੈਂਬਲੀ UN ਅਸੈਂਬਲੀ ਦੇ ਮੈਂਬਰ ਹੈਗੇ ਆ, ਪਰ ਸਿਕਿਉਰਿਟੀ ਕਾਉਂਸਲ ਨੂੰ ਇੱਕ ਰੈਜ਼ੋਲੂਸ਼ਨ ਪਾਸ ਕਰਨਾ ਪੈਂਦਾ ਕਿ ਕਿਸੇ ਵੀ ਸੰਸਥਾ ਨੂੰ ਅੰਤਰਰਾਸ਼ਟਰੀ ਤੌਰ ਤੇ ਜਾਂ ਕਿਸੇ ਸਟੇਟ ਨੂੰ ਉਹਦੇ ਤੇ ਵਾਰ ਕ੍ਰਾਈਮਸ ਚਲਾਉਣੇ, ਉਹਨਾਂ ਲਈ ਵੱਖਰਾ ਟ੍ਰਿਬਿਊਨਲ ਬਣਾਉਣਾ ਪੈਂਦਾ। ਤਾਂ ਉਸ ਟ੍ਰਿਬਿਊਨਲ ਨੂੰ ਪੂਰੇ ਹੱਕ ਹੁੰਦੇ ਆ ਕਿ ਇਹਨਾਂ ਦੇ ਵਾਰ ਕ੍ਰਾਈਮ ਜਿਹੜੇ ਆ ਉਹਨਾਂ ਨੂੰ ਇਨਵੈਸਟੀਗੇਟ ਕਰੋ, ਤੁਸੀਂ ਸਜ਼ਾ ਵੀ ਦੇ ਸਕਦੇ ਹੋ। ਤਾਂ ਉਸੇ ਸਿਕਿਉਰਿਟੀ ਕਾਉਂਸਲ ਤੇ ਰਸ਼ੀਆ ਵਾਲੇ ਬੈਠੇ, ਹਾਂਜੀ, ਜਿਨ੍ਹਾਂ ਨੇ ਉਹ ਪਾਸ ਕਰਨਾ, ਤੇ ਉਹ ਕਦੇ ਚਾਹਣਗੇ ਇਹਨਾਂ ਬੈਂਕਾਂ ਦੇ ਖਿਲਾਫ ਵਾਰ ਕ੍ਰਾਈਮ ਦਾ ਟ੍ਰਿਬਿਊਨਲ ਬਿਠਾਇਆ ਜਾਵੇ, ਜਿਹੜੀਆਂ ਬੈਂਕਾਂ ਦੇ ਨਾਲ ਉਹ ਵੀ ਡੀਲ ਕਰਦੇ ਆ ਤਾਂ ਦੂਸਰੇ ਦੇਸ਼ ਜਿਹੜੇ ਸੈਂਕਸ਼ਨ ਦੀ ਉਲੰਘਣਾ ਕਰਦੇ ਉਹ ਵੀ ਡੀਲ ਕਰਦੇ ਆ। ਹਾਂਜੀ, ਇਹ ਬੜੀ ਹਾਸੋਹੀਣੀ ਗੱਲ ਹੈ। ਹਾਂਜੀ, ਅੱਛਾ, ਫਿਰ ਰਸ਼ੀਆ ਵਾਲੇ ਕਹਿਣਗੇ ਦੇਖੋ ਅਮਰੀਕਾ ਵਾਲਿਆਂ ਦੀ ਹਿੰਮਤ ਨਹੀਂ ਪਈ ਵੀ ਆਪਣੀਆਂ ਬੈਂਕਾਂ ਨੂੰ ਬਚਾ ਜਾਣ, ਅਸੀਂ ਉਹਨਾਂ ਦੀ ਹੱਕ ਦੇ ਵਿੱਚ ਆਏ ਹਾਂ। ਹਾਂਜੀ, ਇਹ ਜ਼ੈਲੈਂਸਕੀ ਸਾਹਿਬ ਦੇ ਕੋਈ ਨਾ ਕੋਈ ਤਾਂ ਇਹਨਾਂ ਦੇ ਵੀ ਹੋਣੇ ਆ ਬੰਦੇ ਜਿਹੜੇ ਐਡਵਾਈਜ਼ਰ ਆ, ਕਿ ਸਾਰੇ ਹੀ ਬਖਲਾ ਗਏ। ਡਾਕਟਰ ਸਾਹਿਬ, ਵੈਸੇ ਇਹਨਾਂ ਦੇ ਬਿਆਨਾਂ ਤੋਂ ਤਾਂ ਇਹੀ ਲੱਗਦਾ ਕਿ ਸਾਰੇ ਬੁਖਲਾਏ ਹੋਏ ਆ, ਤਾਂ ਹੀ ਕਰਕੇ ਇਹੋ ਜਿਹੇ ਬਿਆਨ ਆਪਾਂ ਨੂੰ ਸੁਣਨ ਦੇ ਵਿੱਚ ਮਿਲਦੇ ਆ। ਕਿਉਂਕਿ ਹਰ ਇੱਕ ਬੰਦੇ ਨੂੰ ਜਿਹੜਾ ਬੰਦਾ ਕਮੇਡੀਅਨ ਰਿਹਾ ਹੋਵੇ ਉਹਨੂੰ ਤਾਂ ਇਹਨਾਂ ਗੱਲਾਂ ਦਾ ਨਹੀਂ ਪਤਾ ਹੋਣਾ, ਪਰ ਜਿਹੜੇ ਕਮ ਸੇ ਕਮ ਉਹਨਾਂ ਦੇ ਐਡਵਾਈਜ਼ਰਸ ਆ, ਉਹਨਾਂ ਦੇ ਆਫੀਸ਼ੀਅਲ ਬੰਦੇ ਆ, ਸਿਵਲ ਸਰਵਿਸ ਵਾਲੇ ਹੋਣੇ ਇਹਨਾਂ ਦੇ ਨਾਲ, ਉਹ ਤਾਂ ਕੋਈ ਦੱਸ ਦੇਵੇ ਵੀ ਭਾਈ ਮੂੰਹ ਖੋਲਣ ਤੋਂ ਪਹਿਲਾਂ ਸਾਨੂੰ ਪੁੱਛ ਲਿਆ ਕਰ। ਡਾਕਟਰ ਸਾਹਿਬ, ਹਾਂ, ਇਹਨਾਂ ਦੇ ਇਕਨੋਮਿਕ ਐਡਵਾਈਜ਼ਰ ਨਹੀਂ ਕਿਹਾ, ਤੁਸੀਂ ਆਪੇ ਹਿਸਾਬ ਲਾ ਲਓ ਵੀ ਹੁਣ ਉਹਦੇ ਐਡਵਾਈਜ਼ਰ ਕਿਹੋ ਜਿਹੇ ਆ। ਜੇ ਉਹਨੇ ਵੀ ਕਮੇਡੀਅਨ ਹੀ ਰੱਖੇ ਹੋਣੇ ਤਾਂ ਫਿਰ ਤਾਂ ਕੋਈ ਇਹਦੇ ਵਿੱਚ ਤਾਂ ਉਹਨਾਂ ਦਾ ਇਹੀ ਕੁਝ ਹੋਣਾ ਹੈ, ਆਈਸੋਲੇਸ਼ਨ ਹੀ ਹੋਣੀ ਜੀ। ਆਈਸੋਲੇਸ਼ਨ ਵੀ ਦੁਨੀਆ ਪੱਧਰ ਤੇ ਹੋ ਰਹੀ ਹੈ। ਨਿੱਤ ਬੰਦੇ ਜਿੰਨੇ ਯੂਰਪੀਅਨ ਯੂਨੀਅਨ ਦੇ ਲੀਡਰਸ ਆ ਉਹ ਆਪਸ ਵਿੱਚ ਹੀ ਪ੍ਰਾਈਵੇਟ ਡਿਸਕਸ਼ਨ ਉਹਨਾਂ ਦੀ ਇਹੀ ਆ, ਜਿਹੜਾ ਉਹਨਾਂ ਦਾ ਮੀਡੀਆ ਰਿਪੋਰਟ ਕਰਦਾ ਕਿ ਉਹ ਅੱਕੇ ਪਏ ਆ ਜ਼ੈਲੈਂਸਕੀ ਤੋਂ। ਹਾਂਜੀ, ਉੱਤੋਂ ਜ਼ਰੂਰ ਕਹਿੰਦੇ ਉਹ, ਪਰ ਅੰਦਰੋਂ ਉਹਨਾਂ ਦੀਆਂ ਪਾਲਿਸੀਜ਼ ਜਿਹੜੀਆਂ ਅਪਣਾ ਰਹੇ ਨੇ, ਜਾਂ ਆਪਸ ਵਿੱਚ ਹੀ ਡਿਸਕਸ਼ਨ ਕਰ ਰਹੇ ਨੇ, ਜਾਂ ਕਈ ਵਾਰੀ ਮੈਕਰੋਨ ਵਾਂਗੂ ਉਹਨਾਂ ਨੂੰ ਮਜ਼ਾਕ ਵੀ ਕਰਦੇ ਇਹਨਾਂ ਨੂੰ ਬੱਚਿਆਂ ਵਾਲੇ ਟੇਬਲ ਤੇ ਬਿਠਾ ਲਓ। ਹਾਂਜੀ, ਮਤਲਬ ਇਹ ਮਜ਼ਾਕ ਵਾਲੀ ਗੱਲ ਆ। ਔਰ ਜੇ ਜ਼ੈਲੈਂਸਕੀ ਸਾਹਿਬ ਸਮਝਦੇ ਹੁਣ ਤਾਂ। ਹਾਂਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ। ਤੇ ਜ਼ੈਲੈਂਸਕੀ ਸਾਹਿਬ ਨੇ ਵੀ ਕੋਈ ਘੱਟ ਨਹੀਂ ਕੀਤੀ, ਵੈਸੇ ਉਹਨਾਂ ਨੇ ਹਰ ਰੋਜ਼ ਇਹ ਤੱਕਿਆ ਵੀ ਇੱਕ ਦੁਸ਼ਮਣ ਜ਼ਰੂਰ ਬਣਾਉਣਾ। ਹਾਂਜੀ, ਤਾਂ ਅਖੀਰ ਦੇ ਵਿੱਚ ਫਿਰ ਦੋਏ ਜਣੇ ਰਹਿ ਜਾਣੇ, ਉਹਨਾਂ ਦੀ ਵਾਈਫ ਹੈਗੀ ਆ, ਤਾਂ ਉਹ ਆ ਦੋਏ ਜਣੇ ਫੋਟੋ ਖਿਚਾਉਂਦੇ ਫਿਰਨਗੇ। ਜਿਵੇਂ ਫੋਟੋ ਵਾਲਾ ਵੀ ਜਾਂਦਾ ਲੱਗੇ। ਜੀ ਡਾਕਟਰ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ। ਅੱਜ ਹੈਗਾ ਫਰਾਈਡੇ ਵਾਲਾ ਦਿਨ, ਅੱਜ ਜੁਮੇ ਵਾਲਾ ਦਿਨ ਹੈ, ਅੱਜ ਕਹਾਣੀ ਦਾ ਦਿਨ ਹੈ, ਤੇ ਅੱਜ ਕਹਾਣੀ ਤੁਹਾਡੇ ਤੋਂ ਸੁਣਾਂਗੇ। ਡਾਕਟਰ ਸਾਹਿਬ, ਅੱਜ ਮੈਂ ਤੁਹਾਨੂੰ ਜਿਹੜੀ ਕਹਾਣੀ ਸੁਣਾਉਣ ਜਾ ਰਹੀ ਹਾਂ ਨਾ, ਇਹ ਇੱਕ ਕਿਸਾਨ ਤੇ ਆੜਤੀਏ ਦੀ ਕਹਾਣੀ ਆ। ਜੱਟ ਡਿੱਕੇ ਆ ਗਿਆ ਅੱਜ। ਡਾਕਟਰ ਸਾਹਿਬ, ਇਹ ਤਾਂ ਕਹਾਣੀ ਸੁਣ ਕੇ ਤੁਹਾਨੂੰ ਪਤਾ ਲੱਗਣਾ ਕਿ ਐਂਡ ਦੇ ਵਿੱਚ ਹੁੰਦਾ ਕੀ ਆ। ਵੈਸੇ ਨਾ ਪੁਰਾਣੇ ਸਮਿਆਂ ਦੀ ਗੱਲ ਆ। ਇੱਕ ਪਿੰਡ ਦੇ ਵਿੱਚ ਨਾ ਕਿਸਾਨ ਰਹਿੰਦਾ ਹੁੰਦਾ ਆਪਣੇ ਪਰਿਵਾਰ ਦੇ ਨਾਲ, ਕੱਲਾ ਕਮਾਉਣ ਵਾਲਾ, ਤੇ ਬਾਕੀ ਸਾਰਾ ਜਿਹੜਾ ਪਰਿਵਾਰ ਆ ਨਾ ਉਹ ਕਿਸਾਨ ਤੇ ਹੀ ਡਿਪੈਂਡ ਕਰਦਾ। ਕਿਸਾਨ ਦੀ ਜਿਹੜੀ ਵਾਈਫ ਹੁੰਦੀ ਆ ਸਿੱਕ ਰਹਿੰਦੀ ਆ ਉਹ ਕਾਫੀ ਜ਼ਿਆਦਾ, ਤੇ ਕਿਸਾਨ ਜਿਹੜਾ ਹੈਗਾ
ਪਹਿਲਾਂ ਕਿਸਾਨ ਦੇ ਬਾਪੂ ਦੇ ਸਿਰ ਤੇ ਕਰਜ਼ਾ ਸੀ ਤੇ ਉਸ ਤੋਂ ਬਾਅਦ ਕਿਸਾਨ ਦੇ ਸਿਰ ਤੇ ਆ ਗਿਆ। ਤੇ ਜਿਹੜਾ ਆੜਤੀਆ ਹੁੰਦਾ ਉਹ ਕਿਸਾਨ ਨੂੰ ਵਿਆਜ ਦਰ ਵਿਆਜ ਲਾਉਂਦਾ ਰਹਿੰਦਾ ਤੇ ਇਹ ਸਿਲਸਿਲਾ ਕਾਫੀ ਸਮੇਂ ਤੋਂ ਇਦਾਂ ਹੀ ਚੱਲਦਾ। ਕਹਿੰਦੇ ਹੁੰਦੇ ਕਿ ਨਾ ਬਾਪੂ ਦੇ ਕਰਜ਼ ਦਾ ਸੂਦ ਨਹੀਂ ਪੁੱਤ ਜੰਮਦੇ ਜਿਹੜੇ। ਜੀ ਬਿਲਕੁਲ। ਤੇ ਫਿਰ ਕੀ ਹੁੰਦਾ ਕਿ ਇੱਕ ਦਿਨ ਜਿਹੜਾ ਆੜਤੀਆ ਹੁੰਦਾ ਨਾ ਉਹ ਕਿਸਾਨ ਦੇ ਨਾਲ ਗੱਲਬਾਤ ਕਰਦਾ। ਉਹ ਕਹਿੰਦਾ ਕਿ ਹੁਣ ਤਾਂ ਬਹੁਤ ਹੋ ਗਿਆ ਕਿ ਮੇਰਾ ਜਿਹੜਾ ਕਰਜ਼ਾ ਹੈਗਾ ਹੁਣ ਤੂੰ ਮੋੜ ਦੇ ਮੈਨੂੰ, ਤੇਰੇ ਤੋਂ ਤਾਂ ਵਿਆਜ ਹੀ ਨਹੀਂ ਮੁੜਦਾ ਹੈਗਾ। ਕਿਸਾਨ ਕਹਿੰਦਾ ਕਿ ਮੈਨੂੰ ਨਾ ਥੋੜਾ ਹੋਰ ਸਮਾਂ ਚਾਹੀਦਾ ਕਿ ਘਰ ਦੇ ਹਾਲਾਤ ਜਿਹੜੇ ਆ ਬਹੁਤੇ ਸਹੀ ਹੈ ਨਹੀਂ। ਹੁਣ ਆੜਤੀਆ ਹੈਗਾ ਬਹੁਤ ਸ਼ੈਤਾਨ ਆ, ਉਹ ਨਾ ਕਿਸੇ ਸਕੀਮ ਤੇ ਹੀ ਹੁੰਦਾ। ਉਹ ਕਹਿੰਦਾ ਚਲੋ ਕੋਈ ਗੱਲ ਨਹੀਂ ਤੁਸੀਂ ਹਫ਼ਤੇ ਦਾ ਸਮਾਂ ਲੈ ਲਓ। ਉਹਨਾਂ ਦੀ ਗਿਣਤੀ ਮਿਣਤੀ ਵੀ ਸਮਝ ਨਹੀਂ ਆਉਂਦੀ ਸੀ ਨਾ। ਹਾਂਜੀ 7 ਜਮਾ 15 ਹੋ ਗਏ 32, 32 ਤੇ 9 ਹੋ ਗਏ 61 ਤੇ ਇਹ ਤਾਂ ਨੂੰ ਬਹੁਤ ਛੇਤੀ ਚੜ੍ਹਦੇ ਸੀ ਨਾ। ਹਾਂਜੀ ਕਿਉਂਕਿ ਕਿਸਾਨ ਨੇ ਵੀ ਇਹੀ ਕਿਹਾ ਸੀ ਆੜਤੀ ਨੂੰ ਵੀ ਮੈਂ ਇੰਨੀ ਮਿਹਨਤ ਕਰਦਾ ਤੇ ਜਦੋਂ ਮੈਂ ਤੁਹਾਡੇ ਕੋਲੇ ਹਿਸਾਬ ਕਿਤਾਬ ਕਰਨ ਨੂੰ ਆਉਣਾ ਤੇ ਐਂਡ ਦੇ ਵਿੱਚ ਇਹੀ ਹੁੰਦਾ ਕਿ ਜਿਹੜਾ ਵਿਆਜ ਹੁੰਦਾ ਮੇਰੇ ਤੋਂ ਉਹ ਵੀ ਨਹੀਂ ਦੇ ਹੁੰਦਾ, ਮੈਨੂੰ ਸਮਝ ਨਹੀਂ ਲੱਗਦੀ। ਆੜਤੀ ਕਹਿੰਦਾ ਚਲੋ ਕੋਈ ਗੱਲ ਨਹੀਂ, ਆਪਾਂ ਤਾਂ ਦੋਸਤ ਆ, ਮੈਂ ਤਾਂ ਤੁਹਾਡੇ ਨਾਲ ਬਹੁਤ ਹਮਦਰਦੀ ਰੱਖਦਾ, ਕੋਈ ਗੱਲ ਨਹੀਂ ਤੁਸੀਂ ਮੈਨੂੰ ਹੌਲੀ ਹੌਲੀ ਕਰਕੇ ਪੈਸੇ ਮੋੜ ਦਿਓ ਪਰ ਹਫ਼ਤੇ ਦੇ ਵਿੱਚ ਵਿੱਚ ਮੋੜ ਦਿਓ। ਤੇ ਫਿਰ ਜਿਹੜਾ ਆੜਤੀਆ ਹੁੰਦਾ ਨਾ ਐਕਚੁਅਲੀ ਉਹਦੀ ਜਿਹੜੀ ਨਜ਼ਰ ਹੁੰਦੀ ਆ ਕਿਸਾਨ ਦੀ ਕੁੜੀ ਤੇ ਹੁੰਦੀ ਆ। ਉਹਨੇ ਸੋਚਿਆ ਹੁੰਦਾ ਵੀ ਕਿਸਾਨ ਦੀ ਕੁੜੀ ਕਿੰਨੀ ਖੂਬਸੂਰਤ ਆ ਕਿ ਮੈਂ ਇਹਦੇ ਨਾਲ ਵਿਆਹ ਕਰਾਉਣਾ ਐਂਡ ਦੇ ਵਿੱਚ ਜਾ ਕੇ, ਕਿਉਂਕਿ ਕਿਸਾਨ ਕੋਲੇ ਆਪਸ਼ਨ ਤਾਂ ਹੋਣੀ ਨਹੀਂ ਕਿਉਂਕਿ ਹਰ ਚੀਜ਼ ਦੇ ਲਈ ਉਹ ਆੜਤੀ ਤੋਂ ਕਰਜ਼ਾ ਲੈਣ ਦੇ ਲਈ ਜਾਂਦਾ, ਸੂਦ ਵਸੂਲ ਕਰ ਲੈਣਾ। ਹਾਂਜੀ ਤੇ ਫਿਰ ਹੁੰਦਾ ਕੀ ਆ ਕਿ ਹਫ਼ਤਾ ਲੰਘ ਜਾਂਦਾ। ਫਿਰ ਜਿਹੜਾ ਆੜਤੀਆ ਹੁੰਦਾ ਨਾ ਉਹਨੇ ਪਹਿਲਾਂ ਹੀ ਆਪਣੇ ਮੁਨੀਮ ਨੂੰ ਸਿਖਾਇਆ ਹੁੰਦਾ ਤੇ ਇੱਕ ਦੋ ਜਿਹੜੇ ਉਹਦੇ ਹੋਰ ਚੇਲੇ ਹੁੰਦੇ ਆ ਦੋਸਤ ਮਿੱਤਰ ਜਿਹਨਾਂ ਨੂੰ ਕਹਿ ਲਓ ਆਪਾਂ, ਉਹਨਾਂ ਦੇ ਨਾਲ ਨਾ ਉਹ ਕਿਸਾਨ ਦੇ ਘਰ ਜਾਂਦਾ, ਜਾ ਕੇ ਦਰਵਾਜ਼ਾ ਨੌਕ ਕਰਦਾ। ਤਾਂ ਪਹਿਲਾਂ ਹੀ ਕਿਸਾਨ ਦੇ ਮਨ ਦੇ ਵਿੱਚ ਡਰ ਹੁੰਦਾ। ਫਿਰ ਉਹ ਸੋਚਦਾ ਵੀ ਹੁਣ ਪਤਾ ਨਹੀਂ ਇਹਨੇ ਕੀ ਕਰ ਦੇਣਾ, ਬੰਦੇ ਵੀ ਨਾਲੇ ਲੈ ਕੇ ਆ ਗਿਆ ਤਾਂ। ਤੇ ਕਿਸਾਨ ਜਾ ਕੇ ਦਰਵਾਜ਼ਾ ਖੋਲ ਦਿੰਦਾ ਤੇ ਪਹਿਲਾਂ ਤਾਂ ਬਹੁਤ ਨਾਈਸਲੀ ਗੱਲ ਕਰਦਾ ਕਿਸਾਨ ਦੇ ਨਾਲ, ਜਾ ਕੇ ਹਾਲ ਚਾਲ ਪੁੱਛਦਾ ਉਹਦਾ ਤੇ ਫਿਰ ਥੋੜਾ ਜਿਹਾ ਸਖਤ ਲਹਿਜਾ ਜਿਹਾ ਅਪਣਾਉਂਦਾ, ਆਪਣੇ ਮੁਨੀਮ ਨੂੰ ਕਹਿੰਦਾ ਮੁਨੀਮ ਸਾਹਿਬ ਵਹੀ ਖਾਤਾ ਲੈ ਕੇ ਆਓ। ਕਹਿੰਦੇ ਹੁੰਦੇ ਨੇ ਜਿਹਦੀ ਜ਼ੁਬਾਨ ਜ਼ਿਆਦਾ ਹੀ ਮਿੱਠੀ ਹੋਵੇ ਉਹ ਤੋਂ ਬਚੋ। ਹਾਂਜੀ ਤਾਂ ਫਿਰ ਮੁਨੀਮ ਸਾਹਿਬ ਵਹੀ ਖਾਤਾ ਲੈ ਆਉਂਦੇ ਆ ਕਿਸਾਨ ਨੂੰ। ਫਿਰ ਉਹ ਕਹਿੰਦਾ ਕਿ ਦੇਖੋ ਜੀ ਤੁਹਾਨੂੰ ਹਫ਼ਤੇ ਦਾ ਸਮਾਂ ਦਿੱਤਾ ਸੀ ਤੇ ਹੁਣ ਹਿਸਾਬ ਕਿਤਾਬ ਕਰ ਦਿਓ ਸਾਰਾ। ਕਿਸਾਨ ਵਿਚਾਰਾ ਦੋਨੋਂ ਹੱਥ ਜੋੜੀ ਖੜਾ ਸੀ, ਨਾਲੇ ਉਹਦੀ ਕੁੜੀ ਖੜੀ ਸੀ। ਤਾਂ ਆੜਤੀਆ ਦੇਖੀ ਕੁੜੀ ਵੱਲ ਜਾ ਰਿਹਾ ਸੀ ਤਾਂ ਕਿਸਾਨ ਕਹਿੰਦਾ ਕਿ ਦੇਖੋ ਜੀ ਮੈਂ ਦੇ ਨਹੀਂ ਸਕਦਾ ਤੁਹਾਨੂੰ ਕਰਜ਼ਾ, ਵੀ ਵਾਪਸ ਨਹੀਂ ਕਰ ਸਕਦਾ ਹਜੇ ਕਿਉਂਕਿ ਮੇਰੇ ਕੋਲ ਪੈਸੇ ਤਾਂ ਇੰਨੇ ਹੈ ਨਹੀਂ। ਤਾਂ ਫਿਰ ਜਿਹੜਾ ਆੜਤੀਆ ਹੁੰਦਾ ਥੋੜੀ ਸਖਤਾਈ ਵੀ ਕਰਦਾ ਪਰ ਫਿਰ ਵੀ ਕਿਸਾਨ ਦੇ ਕੋਲੇ ਹੁੰਦਾ ਹੀ ਨਹੀਂ ਕੁਝ ਦੇਣ ਨੂੰ, ਉਹਨੇ ਦੇਣਾ ਕੀ ਆ। ਫਿਰ ਜਿਹੜਾ ਮੁਨੀਮ ਹੁੰਦਾ ਨਾ ਆੜਤੀਏ ਨੂੰ ਇੱਕ ਪਾਸੇ ਲਾ ਜਾਂਦਾ ਖੂੰਜੇ 'ਚ, ਉਹਦੇ ਕੰਨ 'ਚ ਨਾ ਇੱਕ ਘੁਸਰ-ਮੁਸਰ ਕਰਦਾ। ਉਹਨੂੰ ਕਹਿੰਦਾ ਨਾ ਵੀ ਜੇ ਘਿਓ ਸਿੱਧੀ ਉਂਗਲ ਨਾਲ ਨਾ ਨਿਕਲੇ ਤਾਂ ਫਿਰ ਉਂਗਲ ਟੇਢੀ ਕਰਨੀ ਪੈਂਦੀ ਆ। ਵੈਸੇ ਵੀ ਕਿਸਾਨ ਆ, ਇੰਨਾ ਸ਼ੈਤਾਨ ਤਾਂ ਹੈ ਨਹੀਂਗਾ, ਭੋਲਾ ਜਿਹਾ ਤਾਂ ਹੈਗਾ। ਆਪਾਂ ਨਾ ਇਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਕੇ ਆਉਨੇ, ਇਹਨਾਂ ਦੇ ਸਾਹਮਣੇ ਇੱਕ ਡੀਲ ਰੱਖ ਦਿੰਦੇ ਆ ਤੇ ਹੋ ਸਕਦਾ ਵੀ ਜਿਹੜੀ ਆਪਾਂ ਡੀਲ ਰੱਖਾਂਗੇ ਤੇ ਉਹ ਸਾਡੀਆਂ ਗੱਲਾਂ ਚੱਲ ਰਹਿਣ ਤੇ ਸਾਡਾ ਕੰਮ ਹੋ ਜਾਵੇ। ਸਵੰਬਰ ਰਚਦੇ ਆ। ਹਾਂਜੀ ਤੇ ਫਿਰ ਜਿਹੜਾ ਆੜਤੀਆ ਹੁੰਦਾ ਉਹਨੂੰ ਗੱਲ ਤਾਂ ਵੈਸੇ ਮੁਨੀਮ ਦੀ ਚੰਗੀ ਲੱਗਦੀ ਆ। ਉਹ ਕਹਿੰਦਾ ਵੀ ਵੈਸੇ ਗੱਲ ਤਾਂ ਇਹ ਸਹੀ ਕਹਿੰਦਾ ਕਿਉਂਕਿ ਵੀ ਜੇ ਮੈਂ ਸਖਤਾਈ ਵੀ ਕਰਦਾ ਮੇਰੇ ਪੱਲੇ ਕੁਛ ਨਹੀਂ ਹੈਗਾ ਪੈਣਾ, ਕਿਉਂਕਿ ਕਿਸਾਨ ਨੇ ਪੈਸੇ ਤੋਂ ਵਾਪਸ ਹੋਣੇ ਨਹੀਂ ਤੇ ਜੇ ਮੈਂ ਉਹਨੂੰ ਜਾ ਕੇ ਸਿੱਧਾ ਸਿੱਧਾ ਕਹਿ ਦਿੰਦਾ ਤਾਂ ਵੀ ਕੁੜੀ ਦਾ ਵਿਆਹ ਕਰ ਦੇਵੇ ਤਾਂ ਹੋ ਸਕਦਾ ਉਹ ਨਾ ਮੰਨੇ। ਉਹਦੇ ਚੇਲੇ ਕਹਿੰਦੇ ਨਹੀਂ ਨਹੀਂ ਅਸੀਂ ਤੇਰੇ ਨਾਲ ਆ, ਜੇ ਕਿਵੇਂ ਨਹੀਂ ਮੰਨੂਗਾ। ਗਰੀਬ ਤਾਂ ਹੈ ਪਰ ਡੰਗ ਤਾਂ ਕੋਲ ਹੀ ਆ। ਹਾਂਜੀ ਤਾਂ ਫਿਰ ਉਹਦੇ ਜਿਹੜੇ ਚੇਲੇ ਹੁੰਦੇ ਹੋਰ ਜਿਹੜੇ ਦੋਸਤ ਹੁੰਦੇ ਆ ਉਹ ਕਹਿੰਦੇ ਨਹੀਂ ਤੂੰ ਚੱਲ ਸਾਡੇ ਕੋਲ ਡਾਂਗਾ ਡੂੰਗਾ ਹੈਗੀ, ਆਪਾਂ ਡਰਾ ਲੈਣਾ ਤੇ ਤੇਰਾ ਅੱਜ ਆਪਾਂ ਇੱਥੇ ਇਸ ਕੁੜੀ ਦੇ ਨਾਲ ਵਿਆਹ ਕਰ ਹੀ ਦੇਣਾ। ਹੁਣ ਕੁੜੀ ਸਾਰਾ ਕੁਝ ਦੇਖ ਰਹੀ ਹੁੰਦੀ ਆ, ਸਮਝ ਰਹੀ ਹੁੰਦੀ ਆ ਤੇ ਹੁੰਦਾ ਕੀ ਆ ਪਹਿਲਾਂ ਜਾ ਕੇ ਤਾਂ ਫਿਰ ਉਹ ਜਿਵੇਂ ਤੁਸੀਂ ਗੱਲ ਕਰਦੇ ਸੀਗੇ ਕਿ ਜਿਹੜੇ ਨਾਲ ਦੇ ਹੁੰਦੇ ਨੇ ਨਾ ਕਈ ਵਾਰੀ ਉਹ ਤੁਹਾਨੂੰ ਬਹੁਤ ਚੱਕ ਦਿੰਦੇ ਨੇ ਕਿ ਨਹੀਂ ਨਹੀਂ ਕੋਈ ਗੱਲ ਹੀ ਕੋਈ ਨਹੀਂ ਵੀ ਅਸੀਂ ਤਾਂ ਤੇਰੇ ਨਾਲ ਆ। ਤੇ ਫਿਰ ਆੜਤੀਆ ਜਾਂਦਾ ਪੂਰੇ ਰੋਬ ਦੇ ਨਾਲ, ਉਹ ਕਿਸਾਨ ਨੂੰ ਜਾ ਕੇ ਕਹਿੰਦਾ ਬਈ ਦੇਖੋ
ਮੈਂ ਬਹੁਤ ਸਬਰ ਕਰਿਆ, ਮੈਂ ਤੁਹਾਡੀ ਬਹੁਤ ਮਦਦ ਕੀਤੀ ਆ, ਤੁਸੀਂ ਚਾਹੁੰਦੇ ਹੋ ਵੀ ਜਿਹੜਾ ਤੁਹਾਡਾ ਕਰਜ਼ਾ ਮੈਂ ਮਾਫ ਕਰ ਦੇਵਾਂ, ਹੋ ਜਾਊਗਾ। ਕਿਸਾਨ ਬੜਾ ਹੈਰਾਨ ਹੁੰਦਾ ਵੀ ਮੇਰਾ ਕਰਜ਼ਾ ਮਾਫ ਕਿਵੇਂ ਹੋ ਜਾਊਗਾ। ਉਹ ਕਹਿੰਦਾ ਕਿ ਆਪਣੀ ਕੁੜੀ ਦਾ ਵਿਆਹ ਤੂੰ ਮੇਰੇ ਨਾਲ ਕਰ ਦੇ। ਵਾਓ। ਕਿਸਾਨ ਦੇ ਨਾ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਆ, ਕਿਉਂਕਿ ਹੁਣ ਆੜਤੀ ਦੀ ਉਮਰ ਤਾਂ ਕਿਸਾਨ ਦੀ ਉਮਰ ਜਿੰਨੀ ਆ ਤੇ ਕੁੜੀ ਉਹਦੀ ਇੰਨੀ ਛੋਟੀ ਆ ਉਹਦੇ ਨਾਲੋਂ, ਤੇ ਉਹ ਬਹੁਤ ਘਬਰਾ ਜਾਂਦਾ ਤੇ ਆਪਦੀ ਕੁੜੀ ਵੱਲ ਦੇਖਦਾ ਅੱਖਾਂ 'ਚ ਹੰਝੂ ਭਰ ਕੇ। ਪਰ ਉਹਦੀ ਕੁੜੀ ਸਿਆਣੀ ਬਹੁਤ ਹੁੰਦੀ ਆ, ਉਹਨੇ ਵੀ ਉਹਨੂੰ ਏਦਾਂ ਧਰਵਾਸ ਦਿੱਤਾ ਮਨੋ ਮਨ ਕੀ ਕੋਈ ਗੱਲ ਨਹੀਂ, ਆਪਾਂ ਦੇਖਦੇ ਆ। ਤੇ ਕਿਸਾਨ ਕਹਿੰਦਾ ਕਿ ਦੇਖੋ ਜੀ, ਹੱਥ ਜੋੜ ਕੇ ਉਹਨੂੰ ਵੀ ਇਹ ਤਾਂ ਨਹੀਂ ਹੋ ਸਕਦਾ, ਕੁੜੀ ਨੂੰ ਮੈਂ ਖੂਹ 'ਚ ਜ਼ਰੂਰ ਧੱਕਾ ਦੇ ਸਕਦਾ ਪਰ ਤੇਰੇ ਨਾਲ ਨਹੀਂ ਤੋੜਨਾ। ਆੜਤੀਆ ਫਿਰ ਆਪਣੇ ਆਲੇ ਦੁਆਲੇ ਦੇਖਦਾ ਵੀ ਤਾਂ ਮੰਨਦਾ ਨਹੀਂ ਹੈਗਾ, ਤਾਂ ਉਹ ਫੇਰ ਇੱਕ ਵਾਰੀ ਕਹਿੰਦੇ ਆ ਵੀ ਸੋਚ ਲਾ, ਨਾਲੇ ਤਾਂ ਤੇਰੀ ਕੁੜੀ ਦਾ ਵਿਆਹ ਹੁੰਦਾ, ਨਾਲੇ ਤੇਰਾ ਕਰਜ਼ਾ ਮਾਫ ਹੁੰਦਾ, ਵੀ ਇਹਦੇ ਨਾਲੋਂ ਵਧੀਆ ਡੀਲ ਕੀ ਹੋ ਸਕਦੀ ਆ। ਆੜਤੀਏ ਨੇ ਦੁਕਾਨ ਵੀ ਖੋਲੀ ਹੋਣੀ ਨਾ। ਹਾਂਜੀ, ਹੋਰ ਤੈਨੂੰ ਸਮਾਨ ਵੀ ਮੁਫਤ ਦੇਵਾਂਗੇ। ਹਾਂਜੀ। ਸੋ ਉਹ ਕਿਸਾਨ ਜਿਹੜਾ ਹੈਗਾ ਉਹ ਮੰਨਦਾ ਨਹੀਂ। ਫਿਰ ਜਿਹੜਾ ਮੁਨੀਮ ਹੁੰਦਾ ਨਾ, ਉਹ ਫਿਰ ਆੜਤੀਏ ਨੂੰ ਆਪਣੇ ਨਾਲ ਲੈ ਕੇ ਜਾਂਦਾ, ਉਹਨੂੰ ਕਹਿੰਦਾ ਕਿ ਜਿਹੜੀ ਸਕੀਮ ਮੈਂ ਦੱਸਦਾ ਸੀ ਨਾ ਉਹ ਅਪਲਾਈ ਕਰ ਲਓ, ਮੈਨੂੰ ਪੱਕਾ ਪਤਾ ਵੀ ਉਹਨੇ ਕੰਮ ਕਰ ਜਾਣਾ। ਉਹ ਕਹਿੰਦਾ ਵੀ ਇੱਥੇ ਨਾ ਇਹਨੇ ਮੰਨਣਾ ਨਹੀਂ ਹੈਗਾ। ਤਾਂ ਫਿਰ ਆੜਤੀਆ ਕਹਿੰਦਾ ਚਲੋ ਠੀਕ ਆ, ਤੁਸੀਂ ਮੇਰੀ ਇਸ ਗੱਲ ਤੋਂ ਤਾਂ ਇਨਕਾਰ ਕਰਤਾ, ਆਪਾਂ ਐਂ ਕਰਦੇ ਆ ਵੀ ਇੱਕ ਰਸਤਾ ਲੱਭ ਲੈਨੇ ਆ, ਏਦਾਂ ਕਰਦੇ ਆਪਾਂ ਇੱਕ ਡੀਲ ਕਰਦੇ ਆ। ਕਹਿੰਦਾ ਕਿ ਮੈਂ ਨਾ ਇੱਕ ਖਾਲੀ ਝੋਲੇ ਦੇ ਵਿੱਚ 2 ਪੱਥਰ ਪਾਉਂਗਾ, ਇੱਕ ਕਾਲਾ ਤੇ ਇੱਕ ਚਿੱਟਾ। ਹੁਣ ਕਿਸਾਨ ਦੇਖਦਾ ਵੀ ਆਹ ਕੀ ਹਿਸਾਬ ਕਿਤਾਬ ਹੋ ਰਿਹਾ, ਕਾਲਾ ਚਿੱਟਾ ਪੱਥਰ ਤੇ ਝੋਲਾ, ਤੇ ਕਿੱਥੇ ਕਰਜ਼ਾ ਤੇ ਕਿੱਥੇ ਵਿਆਹ ਦੀਆਂ ਗੱਲਾਂ ਕਰਦਾ। ਪਰ ਉਹਦੀ ਕੁੜੀ ਸਮਝਦਾਰ ਹੁੰਦੀ ਆ, ਉਹ ਸਾਰਾ ਕੁਝ ਦੇਖ ਹੀ ਰਹੀ ਹੁੰਦੀ ਆ। ਤਾਂ ਉਹ ਉਹਨੂੰ ਕਹਿੰਦਾ ਕਿ ਇਹ ਡੀਲ ਆ ਕਿ ਮੈਂ ਨਾ ਇੱਕ ਝੋਲੇ ਦੇ ਵਿੱਚ ਪੱਥਰ ਪਾ ਦੇਣੇ ਨੇ 2, ਕਾਲਾ ਤੇ ਚਿੱਟਾ, ਕਿ ਜੇਕਰ ਕਹਿੰਦਾ ਕਿ ਵੀ ਜੇਕਰ ਤੇਰੀ ਕੁੜੀ ਨੇ ਨਾ ਕਾਲੇ ਰੰਗ ਦਾ ਪੱਥਰ ਕੱਢਿਆ ਝੋਲੇ ਚੋਂ ਤਾਂ ਉਹ ਉਸ ਨਾਲ ਵਿਆਹ ਕਰਾਊਗੀ, ਤੁਹਾਡੇ ਕੋਲੇ ਫਿਰ ਆਪਸ਼ਨ ਨਹੀਂ ਹੋਣੀ। ਤੇ ਜੇ ਉਹਨੇ ਚਿੱਟਾ ਪੱਥਰ ਕੱਢ ਲਿਆ ਤਾਂ ਫਿਰ ਕਿਸਾਨ ਦਾ ਕਰਜ਼ਾ ਮਾਫ ਹੋ ਜਾਊਗਾ। ਬਿਨਾਂ ਦੇਖੇ। ਹਾਂਜੀ, ਬਿਨਾਂ ਦੇਖੇ ਤੋਂ ਕੱਢਣਾ ਸੀ। ਵਾਹ। ਤਾਂ ਕਿਸਾਨ ਦਾ ਕਰਜ਼ਾ ਮਾਫ ਹੋ ਜਾਊਗਾ ਤੇ ਉਸ ਨੂੰ ਆਪਣੀ ਕੁੜੀ ਦਾ ਵਿਆਹ ਉਹਦੇ ਨਾਲ ਕਰਨਾ ਨਹੀਂ ਪੈਣਾ। ਸੈਕੰਡ ਆਪਸ਼ਨ ਉਹਨੇ ਇਹ ਦੇ ਦਿੱਤੀ, ਕਿਉਂਕਿ ਉਹਨੇ ਕਹਿਣਾ ਕਿ ਝੋਲੇ 'ਚ 2 ਪੱਥਰ ਉਹ ਪਾਊਗਾ ਆੜਤੀਆ। ਕੱਢਣੇ ਪੱਥਰ ਉਹ ਕਹਿੰਦਾ ਤੁਹਾਡੀ ਕੁੜੀ ਨੇ ਆ, ਆਪਣੇ ਆਪ ਨੂੰ ਉਹਦੇ ਸਾਹਮਣੇ ਕਹਿੰਦਾ ਸੀ, ਕਹਿੰਦਾ ਕਿ ਇਹਦੇ 'ਚ ਕੋਈ ਬੇਈਮਾਨੀ ਵਾਲੀ ਗੱਲ ਹੈ ਨਹੀਂ, ਪੱਥਰ ਪਾਉਂਗਾ ਮੈਂ ਤੇ ਕੱਢੂਗੀ ਕੁੜੀ। ਕਹਿੰਦਾ ਕਿ ਜੇਕਰ ਤੁਸੀਂ ਹੁਣ ਮਨਾ ਕਰ ਦਿੱਤਾ ਪੱਥਰ ਕੱਢਣ ਤੋਂ, ਜੇ ਤੁਸੀਂ ਇਸ ਡੀਲ ਤੋਂ ਮਨਾ ਕਰ ਦਿੱਤਾ ਤਾਂ ਫਿਰ ਤੁਹਾਡਾ ਕਰਜ਼ਾ ਵੀ ਨਹੀਂ ਮਾਫ ਹੋਣਾ। ਉਹ ਕਹਿੰਦਾ ਕਿ ਮੈਂ ਹੁਣੇ ਥਾਣੇਦਾਰ ਨੂੰ ਬੁਲਾ ਲੈਣਾ ਤੇ ਜਿਹੜਾ ਕਿਸਾਨ ਆ ਨਾ ਮੈਨੂੰ ਅਰੈਸਟ ਕਰਵਾ ਦੇਣਾ। ਘਰ ਦੀ ਕੁਰਕੀ। ਹਾਂਜੀ। ਤੇ ਫਿਰ ਕੀ ਹੁੰਦਾ, ਜਿਹੜਾ ਆੜਤੀਆ ਹੁੰਦਾ ਉਹ ਆਪਦੀ ਕੁੜੀ ਵੱਲ, ਆੜਤੀਆ ਜਿਹੜਾ ਕਿਸਾਨ ਦੀ ਕੁੜੀ ਵੱਲ ਦੇਖਦਾ ਹੁੰਦਾ। ਕਿਸਾਨ ਦੀ ਕੁੜੀ ਆਪਣੇ ਬਾਪੂ ਨੂੰ ਕਹਿੰਦੀ ਕਿ ਬਾਪੂ ਜੀ ਕੋਈ ਗੱਲ ਨਹੀਂ, ਠੀਕ ਆ, ਮੈਨੂੰ ਇਹ ਡੀਲ ਮੈਨੂੰ ਮਨਜ਼ੂਰ ਆ, ਇਹਨਾਂ ਨੂੰ ਕਰ ਲੈਣ ਦਿਓ ਏਦਾਂ। ਤਾਂ ਫਿਰ ਆੜਤੀਆ ਕਹਿੰਦਾ ਚਲੋ, ਉੱਥੇ ਜਿੱਦਾਂ ਬਜਰੀ ਦਾ ਢੇਰ ਲੱਗਿਆ ਹੁੰਦਾ, ਕਿਤੇ ਛੋਟੇ ਛੋਟੇ ਪੱਥਰ ਹੁੰਦੇ ਆ। ਆੜਤੀਆ ਕਹਿੰਦਾ ਵੀ ਇੱਕ ਝੋਲਾ ਲੈ ਕੇ ਆਵੋ। ਮੁਨੀਮ ਨੇ ਝੋਲਾ ਫੜਾਤਾ ਤੇ ਆੜਤੀ ਨੇ ਫਿਰ ਕੀ ਕੀਤਾ, ਉਹਨੇ 2 ਪੱਥਰ ਉੱਥੋਂ ਚੁੱਕ ਲਏ। ਵੈਸੇ ਚਲਾਕੀ ਦੇ ਨਾਲ ਉਹਨੇ ਦੋਨੇ ਹੀ ਜਿਹੜੇ ਪੱਥਰ ਸੀਗੇ ਨਾ ਉਹ ਕਾਲੇ ਰੰਗ ਦੇ ਚੱਕੇ ਤੇ ਚੱਕਦਿਆਂ ਸਾਰੀ ਉਹਨੇ ਝੋਲੇ ਦੇ ਵਿੱਚ ਪਾ ਦਿੱਤੇ, ਕਿਉਂਕਿ ਮੁਨੀਮ ਨੇ ਗੱਲਾਂ ਚਲਾਇਆ ਹੋਇਆ ਸੀ ਕਿਸਾਨ ਨੂੰ, ਉਹਨੂੰ ਲੱਗਦਾ ਸੀ ਕਿ ਕਿਹੜਾ ਕਿਸੇ ਨੂੰ ਪਤਾ ਲੱਗਣਾ। ਪਰ ਕੁੜੀ ਬੜੀ ਸਿਆਣੀ ਸੀ, ਕੁੜੀ ਨੇ ਨਾ ਸਾਰਾ ਕੁਝ ਦੇਖ ਲਿਆ ਸੀ, ਕਿਉਂਕਿ ਦੇਖ ਰਹੀ ਸੀ ਵੀ ਇਹ ਕਰਦੇ ਕੀ ਨੇ, ਤੇ ਉਹ ਚੁੱਪ ਰਹੀ, ਬੋਲੀ ਕੁਛ ਨਹੀਂ ਉਹ। ਤੇ ਆੜਤੀਆ ਉਹਨੂੰ ਆ ਕੇ ਕਹਿੰਦਾ ਕਿ ਹੁਣ ਇੱਕ ਵੀ ਪੱਥਰ ਕੱਢਣਾ ਪੈਣਾ, ਵੀ ਇਦਾਂ ਕਰਦੇ ਆ ਆਪਾਂ ਇੱਧਰ ਨੂੰ ਖੜ ਜਾਂਦੇ, ਜਿੱਥੇ ਉਹ ਬਜਰੀ ਦਾ ਢੇਰ ਜਾ ਹੁੰਦਾ ਉਹ ਤੋਂ ਥੋੜੀ ਜਿਹੀ ਦੂਰੀ ਜੀ ਨਾਲ ਜੇ ਜਾ ਕੇ ਖੜ ਜਾਂਦੇ ਆ ਉਹ। ਤੇ ਹੁਣ ਤੁਸੀਂ ਡਾਕਟਰ ਸਾਹਿਬ ਤੁਸੀਂ ਵੀ ਸੋਚਦੇ ਹੋਵੋਗੇ ਤੇ ਲਿਸਨਰਸ ਦੇ ਦਿਮਾਗ ਦੇ ਵਿੱਚ ਵੀ ਇਹੀ ਸਵਾਲ ਹੋਣਾ ਵੀ ਹੁਣ ਕੁੜੀ ਨੂੰ ਪਤਾ ਆ ਵੀ ਉਹਨੇ ਬੇਈਮਾਨੀ ਕੀਤੀ ਆ, ਹੁਣ ਗਾਹਾਂ ਕੀ ਹੋਊਗਾ, ਕਿਉਂਕਿ 3 ਹੀ ਤਾਂ ਆਪਸ਼ਨਸ ਹੈਗੇ ਆ। ਨੰਬਰ 1 ਹੈਗਾ ਕਿ ਉਹ ਪੱਥਰ ਕੱਢਣ ਦੇ ਲਈ ਮਨਾ ਹੀ ਕਰ ਦੇਵੇ ਵੀ ਮੈਂ ਇਹ ਡੀਲ ਦੇ ਵਿੱਚ ਨਹੀਂ ਪੈਣਾ, ਕਿਸਾਨ ਹੀ ਮਨਾ ਕਰ ਦੇਵੇ ਕਿ ਨਹੀਂ ਅਸੀਂ ਕਰਨਾ ਨਹੀਂ ਹੈਗਾ ਇਹ ਜਿਹੜਾ ਸੌਦਾ ਤੁਸੀਂ ਸਾਡੇ ਨਾਲ ਕਰ ਰਹੇ ਹੋ, ਜਾਂ ਫੇਰ ਘਰ ਦੀ ਕੁਰਕੀ ਹੁੰਦੀ ਹੈ। ਤੇ ਦੂਜੀ ਆਪਸ਼ਨ ਕੀ ਹੋ ਸਕਦੀ ਆ ਵੀ ਉਹ ਕੁੜੀ ਨੂੰ ਦੱਸ ਦੇਣਾ ਚਾਹੀਦਾ ਕਿ ਇਹਨੇ ਝੋਲੇ ਦੇ ਵਿੱਚ ਦੋਨੇ ਕਾਲੇ ਪੱਥਰ ਪਾਏ ਆ ਤੇ ਆੜਤੀਆ ਜਿਹੜਾ ਬੇਈਮਾਨ ਆ,
दूसरी ऑप्शन तो फिर यही लगती है ना, दिमाग दे विच आउंदी है। हुण तीसरी ऑप्शन सोच के देखो भी की हो सकती है, भी वो गिव अप ही कर दे, कह दे भी चलो ठीक है विआह कराउण नूं हाँ कह दे। हुण आह अपने सारिਆਂ ਦੇ दिमाग दे विच ਤਿੰਨ ही ऑप्शनस आउंदियां ने, चौथी कोई आउंदी नहीं। पर ਜਿਹੜੀ चौथी हैगी है पत्थर कट के तो आरती दे सिर ते मारे। जी बिल्कुल सही कहा, काम तो वैसे आरती दी इहो जिही आ, पत्थर खाण वाली आ, पर डॉक्टर साहब वो जिहड़ी कुड़ी सी उहने जो कीता वो बिल्कुल अलग सी, वो कोई बंदा सोच भी नहीं सकदा, अलग सी ते लॉजिकल सी। हुण सवाल पैदा हुंदा भी कुड़ी ने इहो जिहा की कर दिता। उस कुड़ी ने पता की कीता, आरती ने उहनूं झोला फड़ाता। आरती वो बड़ा खुश कॉन्फिडेंट, क्योंकि उन्होंने पता सी भी उन्हें झोले च दोने ही काले पत्थर पाए ने, भी जिੱਤ ਤਾਂ ਉਹਦੀ होनी आ ते कुड़ी दे नाल ਉਹਦਾ ਵਿਆਹ हो जाना। ते ਉਹਨੇ कुड़ी ਨੂੰ ਝੋਲਾ ਫੜਾਇਆ ਤਾਂ कुड़ी कहती चलो रब दा नाम ले लो, सारे मेरी किस्मत दा फैसला होण जा ਰਿਹਾ। बाकी ਉਹ ਆਪਣੇ ਮੁਨੀਮ ਦੇ ਕੰਨ 'ਚ ਘੁਸਰ ਮੁਸਰ ਕਰਕੇ ਕਹਿੰਦਾ बस कर लो ਵਿਆਹ ਦੀਆਂ ਤਿਆਰੀਆਂ, ਹੁਣ ਤਾਂ ਅੱਜ ਤਾਂ ਵਿਆਹ ਕਰਾ ਕੇ ਜਾਣਾ मैं। ਤੇ ਉਹ ਸਾਰੇ बड़े हैप्पी हो गए, सारे जाने देखण लग गए कुड़ी वाल। कुड़ी ने झोला फड़ लिया ते उन्हें झोले दे विच ना फटाफट उन्हें देखिया दुखिया कुछ नहीं, उन्हें एक पत्थर कढ़िया, कढ़ के उन्हें बाहर बहुत जोर दी मार के सुट्टता जिथे बजरी बाकी पई हुई सी। सारे जाने एक दूजे दे मूंह वल देखण, आरतीआ कहंदा तू तां गलत करता, वो पत्थर कढ़ के तू मैनू फड़ाउणा सी, हुण मैनू की पता तू किहड़े रंग दा पत्थर कढ़िया सी विचों। कुड़ी कहंदी माफ करना जी, मैं बहुत बुद्धू हां, मैनू पता नहीं लग्या कि पत्थर थोनू फड़ाउणा सी। कहंदी चलो कोई गल नहीं, हुण जो होना सी वो तां हो गया, पर कोई गल नहीं आपां कहंदी झोला देख लैने आ। हुण तुसीं तां ईमानदार हो ना, हुण देखो तुसीं ਉਹਦੇ 'ਚ ਇੱਕ काला पत्थर पाया हो, ਇੱਕ चिट्टा, ਜਿਹੜਾ पत्थर ਤਾਂ मैं सुੱਟ ਦਿੱਤਾ ਉਹ ਤਾਂ ਆਪਾਂ ਨੂੰ पता लग जू, जे अंदर चिट्टा पत्थर होया मतलब मैं काला सुੱਟਿਆ, जे काला होया ਤਾਂ मैं चिट्टा सुੱਟਿਆ। ਤਾਂ ਹੁਣ ਆਰਤੀ ਦੇ ਦਿਲ ਘਬਰਾਵੇ, ਕਿਉਂਕਿ ਉਹਨੂੰ ਤਾਂ ਪਤਾ ਹੀ ਸੀ ਵੀ ਉਹਨੇ ਝੋਲੇ ਦੇ ਵਿੱਚ ਦੋਨੇ ਕਾਲੇ ਪੱਥਰ ਪਾਏ ਹੋਏ ਸੀਗੇ। ਤਾਂ ਉਹ ਦੇਖੇ ਆਲਾ ਦੁਆਲਾ, ਤਾਂ ਕੁੜੀ ਨੇ ਕੀ ਕੀਤਾ, ਉਹ ਕਹਿੰਦੀ ਚਲੋ ਜੀ ਤੁਸੀਂ ਜਿਹੜਾ ਹੁਣ ਪੱਥਰ ਰਹਿ ਗਿਆ ਵੀ ਇਹ ਤੁਸੀਂ ਦੇਖੋ ਝੋਲੇ ਦੇ ਵਿੱਚ ਜਿਹੜਾ ਪੱਥਰ ਰਹਿ ਗਿਆ ਵੀ ਉਹ ਕਿਹੜਾ। ਤੇ ਜਦੋਂ ਉਹਨੇ ਝੋਲੇ ਦੇ ਵਿੱਚ ਦੇਖਿਆ ਤਾਂ ਪੱਥਰ ਤਾਂ ਕਾਲਾ ਹੀ ਸੀ, ਕਿਉਂਕਿ ਉਹਨੇ ਦੋਨੇ ਕਾਲੇ ਪੱਥਰ ਹੀ ਪਾਏ ਸੀਗੇ। ਤੇ ਇਸ ਤਰ੍ਹਾਂ ਹੁਣ ਆਰਤੀ ਆ ਨਾ ਤਾਂ ਉਹਨਾਂ ਨੂੰ ਸੱਚਾਈ ਦੱਸ ਸਕਦਾ ਸੀ। ਦੇਖੋ ਜਿਹੜਾ ਆਰਤੀ ਆ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ, ਮੁਨੀਮ ਵਰਗੇ ਲੋਕੀ ਉਹਨੂੰ ਸਲਾਹਾਂ ਦਿੰਦੇ ਸੀ ਸਾਰੇ, ਉਹਨੇ ਕੁੜੀ ਨੇ ਸਾਰਿਆਂ ਨੂੰ ਦੇਖੋ ਤੁਸੀਂ ਉਹਨੇ ਪਾਸਾ ਕਿਸ ਤਰ੍ਹਾਂ ਪਲਟ ਕੇ ਰੱਖ ਦਿੱਤਾ, ਕਿਉਂਕਿ ਆਰਤੀ ਚੁੱਪ ਕਰਕੇ ਖੜਾ ਰਿਹਾ, ਇਹ ਤਾਂ ਬੋਲੇ ਨਾ ਵੀ ਮੈਂ ਤਾਂ ਦੋਨੇ ਕਾਲੇ ਪੱਥਰ ਪਾਏ ਸੀਗੇ। ਹੁਣ ਇਸ ਤਰੀਕੇ ਦੇ ਨਾਲ ਜਿਹੜੀ ਕੁੜੀ ਸੀ ਦੇਖੋ ਤੁਸੀਂ, ਉਹਨੇ ਬਿਨਾਂ ਹੀ ਕੋਈ ਗੱਲਬਾਤ ਕਿਸੇ ਨੂੰ ਕਹੇ ਤੋਂ ਸਿਚੁਏਸ਼ਨ ਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਉਹਨੇ ਹੈਂਡਲ ਕਰ ਲਿਆ, ਕਿਉਂਕਿ ਸ਼ਰਤ ਤਾਂ ਇਹੀ ਸੀ ਨਾ ਉਹਨਾਂ ਦੀ ਕਿ ਜਿਹੜਾ ਵੀ ਪੱਥਰ ਕੱਢੂ ਉਹਦੇ ਹਿਸਾਬ ਦੇ ਨਾਲ ਫੈਸਲਾ ਹੋਣਾ। ਤੇ ਅਖੀਰ ਦੇ ਵਿੱਚ ਕੀ ਹੁੰਦਾ, ਆਰਤੀ ਨੂੰ ਮੰਨਣਾ ਪੈਂਦਾ ਤੇ ਕਿਸਾਨ ਦਾ ਕਰਜ਼ਾ ਵੀ ਮਾਫ ਕਰਨਾ ਪੈਂਦਾ, ਕੁੜੀ ਦੇ ਨਾਲ ਉਹਦਾ ਫਿਰ ਵਿਆਹ ਵੀ ਨਹੀਂ ਹੁੰਦਾ ਹੈਗਾ। ਇਸ ਤਰੀਕੇ ਦੇ ਨਾਲ ਜਿਹੜੀ ਕੁੜੀ ਸੀ ਨਾ, ਉਹਦੀ ਅਕਲਮੰਦੀ ਦੇ ਨਾਲ ਜਿਹੜੀ ਅਸੰਭਵ ਜੀ ਸਿਚੁਏਸ਼ਨ ਸੀਗੀ, ਲੱਗਦਾ ਸੀ ਵੀ ਕੁਝ ਹੋ ਨਹੀਂ ਸਕਦਾ, ਉਹਨੇ ਉਸ ਨੂੰ ਸੰਭਵ ਕਰਕੇ ਉਹਨੇ ਉਹਦਾ ਸੋਲੂਸ਼ਨ ਦੇ ਦਿੱਤਾ। ਤਾਂ ਹੀ ਕੁੜੀਆਂ ਦੇ 6 ਬੈਂਡ ਆਉਂਦੇ ਹੋਣ। ਹਾਂਜੀ ਡਾਕਟਰ ਸਾਹਿਬ ਬਿਲਕੁਲ। ਦੇਖੋ ਹੁਣ ਸਭ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਤਾਂ ਹੁੰਦੀਆਂ ਹੀ ਨੇ, ਪਰ ਉਹਦਾ ਜਿਹੜਾ ਹੱਲ ਆ ਜ਼ਰੂਰ ਹੁੰਦਾ। ਗੱਲ ਇਹ ਹੈਗੀ ਕਿ ਤੁਹਾਨੂੰ ਸੋਚਣਾ ਪੈਂਦਾ, ਜਿਵੇਂ ਤੁਸੀਂ ਕਿਹਾ ਵੀ ਕੁੜੀਆਂ ਦੇ 6 ਬੈਂਡ ਆਉਂਦੇ ਨੇ, ਕਿਉਂਕਿ ਕੁੜੀਆਂ ਪੜ੍ਹਾਈ ਵੱਲ ਧਿਆਨ ਦਿੰਦੀਆਂ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਦੀ ਜਿਹੜੀ ਮੰਜ਼ਿਲ ਹੈਗੀ ਆ ਵੀ ਉਹ ਕੀ ਆ, ਇੰਟੈਲੀਜੈਂਟ ਹੁੰਦੀਆਂ ਨੇ। ਇਹਦੇ ਵਿੱਚ ਵੀ ਇਹੀ ਆਪਾਂ ਨੂੰ ਦੇਖਣ ਨੂੰ ਮਿਲਦਾ ਵੈਸੇ ਕਿ ਕੋਈ ਵੀ ਸਿਚੁਏਸ਼ਨ ਹੋਵੇ ਘਬਰਾਉਣਾ ਤੇ ਡਰਨਾ ਨਹੀਂ ਚਾਹੀਦਾ, ਥੰਮੇ ਤੋਂ ਕੰਮ ਲੈਣਾ ਚਾਹੀਦਾ। ਬਹੁਤ ਵਧੀਆ ਕਹਾਣੀ। ਤੇ ਇਹਦੇ ਨਾਲ ਹੀ ਫਿਰ ਅੱਜ ਦਾ ਵਿਚਾਰ ਦੱਸ। ਹਾਂਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ ਜੀ ਕਿ ਜਿਹੜੇ ਲੋਕ ਲੜਾਈ ਸ਼ੁਰੂ ਕਰਦੇ ਆ ਉਹਨਾਂ ਦੀ ਉਮਰ ਲੜਾਈ ਕਰਨ ਵਾਲੀ ਨਹੀਂ ਹੁੰਦੀ, ਤੇ ਜਿਹੜੇ ਲੋਕ ਲੜਾਈ ਵਿੱਚ ਮਰਦੇ ਆ ਉਹ ਲੋਕਾਂ ਦਾ ਫੈਸਲੇ ਵਿੱਚ ਕੋਈ ਹੱਥ ਨਹੀਂ ਹੁੰਦਾ। ਇਸ ਦੇ ਨਾਲ ਹੀ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। प्रोग्राम ਤੁਹਾਨੂੰ ਕਿਹੋ ਜਿਹਾ ਲੱਗਿਆ, ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ ਹੈ 6045929191 6045929191। ਈਮੇਲ ਹੈ ਜੀ ਸਾਡੀ info@radioindia.ca।
डेली न्यूज़ अपडेट ਦੇ ਲਈ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਫੋਲੋ ਜ਼ਰੂਰ ਕਰਨਾ। ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਹੈ ਜੀ ਰੇਡੀਓ ਇੰਡੀਆ 1110 ਦੇ ਨਾਂ ਹੇਠ। ਸਾਡਾ YouTube ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰੋ, ਉੱਥੇ ਜਾ ਕੇ ਤੁਸੀਂ ਸਾਡੇ ਪ੍ਰੋਗਰਾਮ ਸੁਣੋ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹੇ ਲੱਗ ਰਹੇ ਆ ਤੁਸੀਂ ਸਾਨੂੰ ਉੱਥੇ ਜਾ ਕੇ ਵੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ। ਕੋਈ ਪ੍ਰੋਗਰਾਮ ਤੁਹਾਨੂੰ ਚੰਗਾ ਲੱਗ ਰਿਹਾ ਤੁਸੀਂ ਉਹਨੂੰ ਲਾਈਕ ਤੇ ਸ਼ੇਅਰ ਕਰ ਸਕਦੇ ਹੋ। ਕੋਈ ਪ੍ਰੋਗਰਾਮ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ ਤੁਸੀਂ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ, ਆਪਣੇ ਸੁਝਾਅ ਦੇ ਸਕਦੇ ਹੋ, ਕਿਉਂਕਿ ਤੁਹਾਡੇ ਸੁਝਾਵਾਂ ਦੇ ਨਾਲ ਅਸੀਂ ਆਪਣੇ ਪ੍ਰੋਗਰਾਮਸ ਨੂੰ ਹੋਰ ਵੀ ਜ਼ਿਆਦਾ ਬਿਹਤਰ ਬਣਾ ਸਕਦੇ ਹਾਂ। ਤੇ ਐਡਵਰਟਾਈਜ਼ਮੈਂਟ ਦੇ ਲਈ ਸਾਡੇ ਕੋਲੇ ਸਪੈਸ਼ਲ ਪੈਕੇजेस ਹੈਗੇ ਆ। ਜੇਕਰ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਐਡਵਰਟਾਈਜ਼ ਕਰਕੇ ਜ਼ਰੂਰ ਦੇਖੋ। ਪ੍ਰੋਗਰਾਮ ਸਪਾਂਸਰ ਕਰਨਾ ਚਾਹੁੰਦੇ ਹੋ ਤੁਸੀਂ ਕੋਈ ਤੇ ਜਾਂ ਫਿਰ ਤੁਸੀਂ ਵੈਸੇ ਕੋਈ ਐਡ ਕਰਨੀ ਚਾਹੁੰਦੇ ਹੋ ਤਾਂ ਸਾਡੇ ਕੋਲੇ ਪੈਕੇजेस ਹੈਗੇ ਆ। ਤੁਹਾਡੇ ਬਜਟ ਦੇ ਵਿੱਚ ਵੀ ਅਸੀਂ ਤੁਹਾਡੇ ਲਈ ਪੈਕੇਜ ਬਣਾ ਕੇ ਤੁਹਾਨੂੰ ਦਿੰਦੇ ਆ। ਇਸ ਸਬੰਧ ਦੇ ਵਿੱਚ ਹੋਰ ਜਾਣਕਾਰੀ ਲਈ ਸਾਡੇ ਸਟੂਡੀਓ ਦੇ ਨੰਬਰ ਤੇ ਕਾਲ ਜ਼ਰੂਰ ਕਰੋ 604 592 9191 ਤੇ 6045929191 ਤੇ।